ਸਤਿ ਸ਼੍ਰੀ ਅਕਾਲ ਜੀ। PTN 24 ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਚਮਕੌਰ ਸਿੰਘ ਮਾਛੀਕੇ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਪੱਖ ਦੇ ਮੁੱਦੇ। ਸੋ ਸਾਡੇ ਨਾਲ ਸੀਨੀਅਰ ਪੱਤਰਕਾਰ ਬਖਤੌਰ ਢਿੱਲੋਂ ਜੀ ਇਸ ਪ੍ਰੋਗਰਾਮ ਦੇ ਵਿੱਚ ਕੁਝ ਅਹਿਮ ਨਵੀਆਂ ਤਾਜ਼ੀਆਂ ਖਬਰਾਂ ਤੁਹਾਡੇ ਲਈ ਲੈ ਕੇ ਆਉਂਦੇ ਨੇ। ਇਸ ਵਕਤ ਵੀ ਸਾਡੀ ਲਾਈਨ ਉਹਨਾਂ ਦੇ ਨਾਲ ਜੁੜ ਚੁੱਕੀ ਹੈ ਤੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਉਸ ਤੋਂ ਬਾਅਦ ਆਪਾਂ ਨਜ਼ਰ ਮਾਰਾਂਗੇ ਅੱਜ ਦੀਆਂ ਖਬਰਾਂ ਦੇ ਵੱਲ। ਢਿੱਲੋਂ ਸਾਹਿਬ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਪੱਖ ਦੇ ਮੁੱਦੇ ਦੇ ਵਿੱਚ। ਧੰਨਵਾਦ ਜੀ, ਮਿਹਰਬਾਨੀ। ਸਾਰੇ ਹੀ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਢਿੱਲੋਂ ਸਾਹਿਬ, ਬਹੁਤ ਸਾਰੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀਗੀਆਂ। ਇਲੈਕਸ਼ਨ ਹੋ ਕੇ ਹਟੇ ਆ। ਬਹੁਤ ਸਾਰੇ ਲੋਕਾਂ ਦੇ ਵਿਊਜ਼ ਇਹ ਵੀ ਆ ਰਹੇ ਨੇ, ਵਿਚਾਰ ਇਹ ਵੀ ਨੇ ਕਿ ਇਸ ਵਾਰੀ ਫਿਰ EVM ਦੀ ਗੜਬੜ ਹੋਵੇਗੀ। ਨਾਲ ਦੀ ਨਾਲ ਕਰੋਨਾ ਨੂੰ ਲੈ ਕੇ ਕਦੇ ਅਫਵਾਹਾਂ ਫੈਲਾਈਆਂ ਜਾਂਦੀਆਂ ਨੇ। ਲੋਕ ਕਹਿੰਦੇ ਆ ਕਿ ਜਿੱਥੇ ਇਲੈਕਸ਼ਨ ਹੁੰਦੀ ਆ ਉੱਥੇ ਕਰੋਨਾ ਹੁੰਦਾ ਨਹੀਂ ਗਾ, ਅਤੇ ਜਿੱਥੇ ਇਲੈਕਸ਼ਨ ਨਹੀਂ ਹੋਣੀ ਉੱਥੇ ਕਰੋਨਾ ਦਾ ਡਰ ਪਾਇਆ ਜਾਂਦਾ। ਰੈਲੀਆਂ ਵੱਡੀਆਂ ਵੱਡੀਆਂ ਹੋ ਰਹੀਆਂ ਸੀਗੀਆਂ ਅਤੇ ਹੁਣ ਕਰੋਨਾ ਪ੍ਰੋਟੋਕਾਲ ਤਾਂ ਦੇਖੋ ਜਦੋਂ ਲੱਗਦਾ ਤਾਂ ਸਾਰੇ ਦੇਸ਼ ਦੇ ਵਿੱਚ ਹੀ ਲੱਗਦਾ, ਪਰ ਕਈ ਰਾਜਾਂ ਦੇ ਵਿੱਚ ਇੱਦਾਂ ਹੁੰਦਾ ਸੀ ਕਿ ਜਿੱਥੇ ਚੋਣ ਰੈਲੀਆਂ ਕਰਨੀਆਂ ਹੁੰਦੀਆਂ ਸੀਗੀਆਂ ਉੱਥੇ ਬੜਾ ਇਕੱਠ ਕੀਤਾ ਜਾਂਦਾ ਸੀ। ਜਿਹੜਾ ਪ੍ਰੋਟੋਕਾਲ ਹੁੰਦਾ ਸੀਗਾ, ਸੋਸ਼ਲ ਡਿਸਟੈਂਸ ਦਾ ਧਿਆਨ ਨਹੀਂ ਸੀ ਰੱਖਿਆ ਜਾਂਦਾ। ਅਤੇ ਹੁਣ ਹਾਈ ਕੋਰਟ ਨੇ ਕੇਂਦਰ ਸਰਕਾਰ ਦੀ ਅਤੇ ਚੋਣ ਕਮਿਸ਼ਨ ਦੀ ਥੋੜ੍ਹੀ ਕਹਿੰਦੇ ਖਿਚਾਈ ਕੀਤੀ ਹੈ, ਨੋਟਿਸ ਭੇਜਿਆ ਉਹਨਾਂ ਨੂੰ। ਕੀ ਹੈ ਤੁਹਾਡੇ ਕੋਲ ਪੂਰੀ ਖਬਰ ਇਸ ਵਾਰ? ਬਿਲਕੁਲ ਚਮਕੌਰ ਜੀ, ਜਿਹੜੀ ਤੁਸੀਂ ਗੱਲ ਕਹੀ ਹੈ 100% ਠੀਕ ਹੈ ਵੀ ਜੇ ਤਾਂ ਸਰਕਾਰ ਨੂੰ ਸੂਤ ਬੈਠਦਾ ਹੈ ਫਿਰ ਤਾਂ ਕਰੋਨਾ ਨੂੰ ਉਹ ਆਪਣੇ ਹੱਕ ਵਿੱਚ ਇਸਤੇਮਾਲ ਕਰ ਲੈਂਦੀ ਹੈ, ਤੇ ਨਹੀਂ ਕਰੋਨਾ ਦਾ ਕਈ ਵਾਰੀ ਹਊਆ ਵੀ ਪੈਦਾ ਕਰਦੀ ਹੈ। ਤੇ ਬਹੁਤੇ ਵਾਰੀ ਆਪਾਂ ਦੇਖਿਆ ਕਿ ਸਰਕਾਰ ਦੇ ਆਪ ਦੇ ਲੋਕ, ਵੱਡੇ ਲੋਕ ਜਿਹੜੇ ਲੋਕਾਂ ਨੂੰ ਸਿੱਖਿਆਵਾਂ ਦਿੰਦੇ ਆ, ਉਹੀ ਪ੍ਰੋਟੋਕੋਲ ਦੀ ਉਲੰਘਣਾ ਕਰਦੇ ਆ। ਤੁਸੀਂ ਜ਼ਿਕਰ ਕੀਤਾ ਕਿ ਜਿਨ੍ਹਾਂ ਰਾਜਾਂ 'ਚ ਚੋਣਾਂ ਹੋ ਰਹੀਆਂ ਜਾਂ ਜਿਨ੍ਹਾਂ ਇਲਾਕਿਆਂ ਦੇ ਵਿੱਚ ਅੰਦੋਲਨ ਚੱਲ ਰਹੇ ਆ, ਅੰਦੋਲਨ ਵੱਖ-ਵੱਖ ਕਿਸਮ ਦੇ ਚੱਲ ਰਹੇ ਆ। ਇੱਕ ਕਿਸਾਨ ਅੰਦੋਲਨ ਚੱਲ ਰਿਹਾ, ਪੂਰਾ ਸਿਖਰ ਦੇ ਉੱਤੇ ਹੈ। ਦੂਜਾ ਅਸੀਂ ਦੇਖੀ ਤਾਂ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਹੈਗੇ ਆ ਕਿਸਾਨ, ਮਜ਼ਦੂਰ, ਵਰਕਰ, ਕਾਮੇ, ਉਹ ਸਾਰੇ ਦੇ ਸਾਰੇ ਆਪੋ ਆਪਣੇ ਹੱਕਾਂ ਹਕੂਕਾਂ ਦੇ ਲਈ ਜਦੋਂ ਪ੍ਰੋਟੈਸਟ ਕਰਦੇ ਆ। ਜੇ ਪੰਜਾਬ ਦੀ ਆਪਾਂ ਸਥਿਤੀ ਦੇਖੀਏ, ਪੰਜਾਬ ਦੇ ਵਿੱਚ ਲੱਖਾਂ ਦੀ ਤਾਦਾਦ ਦੇ ਵਿੱਚ ਬੇਰੁਜ਼ਗਾਰ ਲੋਕ ਹੈ। ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਸਰਕਾਰ ਬਣਨ ਤੋਂ ਪਹਿਲਾਂ ਕਿਹਾ ਸੀ ਘਰ ਘਰ ਨੌਕਰੀ ਦੇਵਾਂਗੇ। ਅਕਾਲੀਆਂ ਨੇ ਜਾਂਦਿਆਂ ਜਾਂਦਿਆਂ 27,000 ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਵਾਸਤੇ ਕਾਨੂੰਨ ਬਣਾਤਾ ਸੀ, ਲੇਕਿਨ ਉਹ ਕਾਨੂੰਨ ਅੱਜ ਤੱਕ ਲਾਗੂ ਨਹੀਂ ਹੋਇਆ। ਇਹ ਕਹਿੰਦੇ ਜੇ ਅਸੀਂ ਸੋਧਾ ਕਰਾਂਗੇ। ਇਸ ਵੇਲੇ ਦਾ ਆਲਮ ਇਹ ਹੈ ਕਿ ਚਾਹੇ ETT ਟੀਚਰ ਹੈ, ਚਾਹੇ ਕੋਈ ਦੂਜੇ ਬੇਰੁਜ਼ਗਾਰ ਹੈ, ਕੋਈ ਪਟਿਆਲੇ ਜਾ ਕੇ ਮੁਜ਼ਾਹਰੇ ਕਰਦੇ ਆ, ਕੋਈ ਚੰਡੀਗੜ੍ਹ ਮੁਜ਼ਾਹਰੇ ਕਰਦੇ ਆ। ਇਹਨਾਂ ਸਾਰਿਆਂ ਨੂੰ ਕਾਬੂ ਕਰਨਾ ਜਦੋਂ ਹੁੰਦਾ, ਸਰਕਾਰਾਂ ਨੇ ਫਿਰ ਕਹਿੰਦੇ ਜੀ COVID-19 ਦੇ ਜਿਹੜਾ ਪ੍ਰੋਟੋਕੋਲ ਲੱਗ ਗਿਆ ਤੇ ਇਹ ਬੰਦ ਕਰ ਦਿਓ। ਸਭ ਤੋਂ ਪਹਿਲਾਂ ਤੁਸੀਂ ਦੇਖਿਆ ਹੋਣਾ ਇਹੀ ਪ੍ਰੋਟੋਕੋਲ ਇੰਪਲੀਮੈਂਟ ਕੀਤਾ ਸੀ ਸ਼ਾਹੀਨ ਬਾਗ ਵਾਲੇ ਮੋਰਚੇ ਤੇ, ਜਦੋਂ ਨਾਗਰਿਕਤਾ ਕਾਨੂੰਨ ਲੈ ਕੇ ਆਈ ਸੀ ਭਾਰਤ ਸਰਕਾਰ, ਤੇ ਉਹਦਾ ਬਹੁਤ ਵੱਡੇ ਪੱਧਰ ਦੇ ਉੱਤੇ ਵਿਰੋਧ ਹੋਇਆ ਸੀ। ਉਸੇ ਸਮੇਂ 'ਚ ਕਰੋਨਾ ਦੀ ਮਹਾਮਾਰੀ ਆ ਗਈ ਤੇ ਉਹ ਮਹਾਮਾਰੀ ਸਮਝ ਲਓ ਇੱਕ ਕਿਸਮ ਦਾ ਜਿਹੜਾ ਹੈਗਾ ਵਰ ਸਾਬਤ ਹੋਈ ਸੀ ਸਰਕਾਰ ਵਾਸਤੇ। ਸਰਕਾਰ ਨੇ ਐਡੇ ਵੱਡੇ ਅੰਦੋਲਨ ਨੂੰ ਜਿਹੜਾ ਹੈਗਾ ਠੰਡਾ ਕਰਕੇ ਰੱਖ ਦਿੱਤਾ ਸੀ। ਹੁਣ ਅਸੀਂ ਕਹੀਏ ਕਿ ਜਿੱਥੇ ਚੋਣਾਂ ਹੁੰਦੀਆਂ ਉੱਥੇ ਕਰੋਨਾ ਨਹੀਂ ਹੁੰਦਾ, ਕਰੋਨਾ ਸਾਰੇ ਪਾਸੇ ਹੀ ਹੈ। ਸਭ ਤੋਂ ਵੱਡੀ ਚੀਜ਼ ਜਦੋਂ ਆਪਾਂ ਦੇਖਦੇ ਹਾਂ, ਕਰੋਨਾ ਦਾ ਇਲਾਜ ਤਾਂ ਹਸਪਤਾਲਾਂ 'ਚ ਹੁੰਦਾ ਹੈ। ਦਿੱਲੀ ਦੇ ਜੇ ਆਪਾਂ ਚੋਣਵੇਂ ਹਸਪਤਾਲਾਂ ਦੇ ਵਿੱਚੋਂ ਗੱਲ ਕਰੀਏ ਤਾਂ ਇੱਕ ਹਸਪਤਾਲ ਦਾ ਨਾਂ ਹੈ ਸਰ ਗੰਗਾ ਰਾਮ ਹਸਪਤਾਲ ਜੀ। ਕਦੇ ਕਦੇ ਤੁਸੀਂ ਖਬਰਾਂ 'ਚ ਪੜ੍ਹਦੇ ਹੋਵੋਗੇ ਕਿ ਜਦੋਂ ਸੋਨੀਆ ਗਾਂਧੀ ਬਿਮਾਰ ਹੁੰਦੀ ਹੈ ਤਾਂ ਅਕਸਰ ਉਹਨੂੰ ਜਾਂ ਤਾਂ ਉਹ ਇਲਾਜ ਕਰਾਉਣ ਵਾਸਤੇ ਵਿਦੇਸ਼ ਦੇ ਵਿੱਚ ਜਾਂਦੀ ਹੈ ਤੇ ਜਾਂ ਉਹਨੂੰ ਸਰ ਗੰਗਾ ਰਾਮ ਹਸਪੀਟਲ ਜਿਹੜਾ ਭਰਤੀ ਕਰਵਾਇਆ ਜਾਂਦਾ ਹੈ। ਹੁਣ ਉੱਥੋਂ ਦੀ ਖਬਰ ਆ ਰਹੀ ਹੈ ਜੀ, ਉੱਥੇ ਕਹਿੰਦੇ ਵੀ 37 ਡਾਕਟਰ ਆ ਜਿਹੜੇ ਹੈਗੇ ਆ ਉਹ ਬਿਮਾਰ ਹੋ ਚੁੱਕੇ ਆ, ਕਰੋਨਾ ਦੀ ਲਾਗ ਉਹਨਾਂ ਨੂੰ ਲੱਗ ਰਹੀ ਹੈ। 5 ਡਾਕਟਰ ਹਸਪਤਾਲਾਂ ਦੇ ਵਿੱਚ ਦਾਖਲ ਹੈ ਤੇ ਬੱਤੀਆਂ ਨੂੰ ਇਕਾਂਤਵਾਸ ਕੀਤਾ ਹੋਇਆ ਹੈ। ਪਹਿਲੀ ਵਾਰੀ ਦਿੱਲੀ ਦੇ ਵਿੱਚ 7,000 ਨਵੇਂ ਕੇਸ ਆ ਗਏ ਤੇ ਜੇ ਆਪਾਂ ਸਾਰੇ ਦੇਸ਼ ਦੀ ਸਥਿਤੀ ਦੇਖੀਏ ਤੇ ਕੁੱਲ ਇੱਕ ਦਿਨ ਦੇ ਵਿੱਚ 300 ਮੌਤਾਂ ਹੋ ਚੁੱਕੀਆਂ ਤੇ 1.25 ਲੱਖ ਤੋਂ ਉੱਪਰ 1,26,000 ਨਵੇਂ ਕੇਸ ਆ ਗਏ। ਭਾਰਤ ਦੇ ਸੰਦਰਭ ਦੇ ਵਿੱਚ ਦੇਖੀਏ ਤਾਂ ਇਹ ਰੇਟ ਬਹੁਤ ਵੱਡਾ ਹੈ, ਇਹ ਦਰ ਛੋਟੀ ਨਹੀਂ, ਬਹੁਤ ਵੱਡੀ ਹੈ। ਦੂਜੇ ਪਾਸੇ ਕਰੋਨਾ ਦੇ ਨਾਲ ਭਗਦੜ ਵੀ ਮੱਚੀ ਹੋਈ ਹੈ। ਜਦੋਂ ਪਿਛਲੀ ਵਾਰੀ ਲਾਕਡਾਊਨ ਭਾਰਤ ਸਰਕਾਰ ਨੇ ਲਾਇਆ ਸੀ, ਉਦੋਂ ਜਿਹੜੇ ਪ੍ਰਵਾਸੀ ਮਜ਼ਦੂਰ ਸੀ ਉਹਨਾਂ ਦਾ ਬੁਰਾ ਹਾਲ ਹੋ ਗਿਆ ਸੀ। ਇੱਕਦਮ ਬਗੈਰ ਕੁਝ ਸੋਚਿਆ ਸਮਝਿਆ ਐਲਾਨ ਕਰ ਦਿੱਤਾ ਮੋਦੀ ਸਾਹਿਬ ਨੇ ਕਿ ਜੀ ਲਾਕਡਾਊਨ ਲੱਗ ਗਿਆ, ਗੱਡੀਆਂ ਮੋਟਰਾਂ ਸਭ ਕੁਝ ਰੋਕਤਾ, ਕਾਰਖਾਨੇਦਾਰਾਂ ਨੇ ਕਾਰੋਬਾਰ ਬੰਦ ਕਰਤਾ। ਲੋਕ ਜਾਣ ਤਾਂ ਜਾਣ ਕਿੱਥੇ? ਜਿਹੜੇ ਬੰਦੇ ਕਮਾਉਂਦੇ ਸੀ, ਸ਼ਾਮ ਨੂੰ ਖਾਂਦੇ ਸੀ ਤੇ ਉਹਨਾਂ ਨੂੰ ਰੋਟੀ ਨਾ ਮਿਲੀ, ਰਹਿਣ ਵਾਸਤੇ ਜਗ੍ਹਾ ਨਾ ਮਿਲੀ,
ਉਹਨਾਂ ਨੂੰ ਕਿਰਾਏ ਦੇਣੇ ਮੁਸ਼ਕਲ ਹੋ ਗਏ, ਕਮਰਿਆਂ ਦੇ ਜਿਹੜੇ ਕਮਰਿਆਂ 'ਚ ਰਹਿੰਦੇ ਸੀ, ਤਾਂ ਉਹ ਤੋਂ ਬਾਅਦ ਉਹਨਾਂ ਨੂੰ ਆਪਣੇ ਆਪਣੇ ਘਰਾਂ ਨੂੰ ਜਾਣਾ ਪਿਆ। ਬਹੁਤ ਸਾਰੇ ਲੋਕ ਪੈਦਲ ਚੱਲ ਪਏ, ਕੋਈ ਕਿਸੇ ਤਰੀਕੇ ਨਾਲ ਗਿਆ, ਕੋਈ ਕਿਸੇ ਤਰੀਕੇ ਨਾਲ ਗਿਆ। ਇੱਕ ਦੇਖਿਆ ਹੋਣਾ ਤੁਸੀਂ, ਇੱਕ ਲੜਕੀ ਆਪਣੇ ਬਾਪ ਨੂੰ ਸਾਈਕਲ ਤੇ ਬਿਠਾ ਕੇ ਲੈ ਕੇ ਜਾ ਰਹੀ ਹੈ, ਔਰ ਲਗਭਗ 1500 ਕਿਲੋਮੀਟਰ ਉਹਨੇ ਸਾਈਕਲ ਦੇ ਉੱਤੇ ਤੈਅ ਕੀਤਾ ਸੀ ਆਪਣੇ ਘਰ ਜਾਣ ਵਾਸਤੇ। ਉਹਦੀ ਤਸਵੀਰ ਬੜੀ ਵਾਇਰਲ ਹੋਈ ਸੀ, ਔਰ ਉਦੋਂ ਟਰੰਪ ਦੀ ਬੇਟੀ ਨੇ ਉਸ ਕੁੜੀ ਦਾ ਜ਼ਿਕਰ ਵੀ ਕੀਤਾ ਸੀਗਾ, ਉਹਨੂੰ ਸ਼ਾਬਾਸ਼ ਵੀ ਦਿੱਤੀ ਸੀ। ਇਸ ਕਿਸਮ ਦਾ ਮਾਹੌਲ ਦੇਸ਼ ਦੇ ਵਿੱਚ ਰਿਹਾ, ਤੇ ਉਹਨਾਂ ਦਿਨਾਂ ਦੇ ਵਿੱਚ ਜਿਹੜੀ ਹੈ ਜੀ 12 ਕਰੋੜ ਲੋਕਾਂ ਦਾ ਰੁਜ਼ਗਾਰ ਖੁੱਸ ਗਿਆ ਸੀ। 12 ਕਰੋੜ ਗਰੀਬ ਬੰਦੇ ਦਾ ਰੁਜ਼ਗਾਰ ਖੁੱਸ ਜਾਣਾ ਕੋਈ ਛੋਟੀ ਗੱਲ ਨਹੀਂ। ਹੁਣ ਜਦੋਂ ਸਾਰੇ ਪਾਸੇ ਐਡਾ ਵੱਡਾ ਖਤਰਾ ਹੋਇਆ ਪਿਆ ਵੀ ਕਰੋਨਾ 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 ਕਰੋਨਾ, ਉਸ ਵੇਲੇ ਮਜ਼ਦੂਰਾਂ ਦੇ ਵਿੱਚ ਵੀ ਭਗਦੜ ਮੱਚੀ ਹੋਈ ਹੈ। ਪ੍ਰਵਾਸੀ ਮਜ਼ਦੂਰ ਆਪੋ ਆਪਣੇ ਘਰਾਂ ਨੂੰ ਜਾਣ ਵਾਸਤੇ ਤਿਆਰ ਹੈ, ਚਾਹੇ ਬੰਬੇ ਹੈ, ਚਾਹੇ ਦਿੱਲੀ ਹੈ। ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਉਹਨਾਂ ਨੇ ਟ੍ਰੇਨਾਂ ਦੇ ਉੱਤੇ ਆਪਣੀ ਬੁਕਿੰਗ ਕਰਾਉਣੀ ਸ਼ੁਰੂ ਕਰ ਦਿੱਤੀ ਹੈ, ਬੱਸਾਂ ਤੇ ਬੁਕਿੰਗ ਕਰਾਉਣੀ ਸ਼ੁਰੂ ਕਰ ਦਿੱਤੀ ਹੈ। ਬਹੁਤ ਵੱਡਾ ਭੀੜ ਭੜੱਕਾ ਸਟੇਸ਼ਨਾਂ ਤੇ ਔਰ ਬੱਸ ਸਟੈਂਡਾਂ ਦੇ ਉੱਤੇ ਹੋਇਆ ਵਾ ਪਿਛਲੇ 3-4 ਦਿਨਾਂ ਤੋਂ। ਇਉਂ ਲੱਗਦੀ ਹੈ ਜਿਵੇਂ ਸਾਰਾ ਦੇਸ਼ ਹੀ ਤੁਰਾ ਫਿਰਿਆ ਵਾਸਤੇ ਨਿਕਲ ਰਿਹਾ ਕਿ ਅਸੀਂ ਇੱਧਰ ਜਾਣਾ, ਅਸੀਂ ਇੱਧਰ ਜਾਣਾ। ਇਹਨਾਂ ਹਾਲਾਤਾਂ ਦੇ ਵਿੱਚ ਆਪਾਂ ਦੇਖੀਏ ਤਾਂ 5 ਰਾਜਾਂ ਦੇ ਵਿੱਚ ਚੋਣਾਂ ਹੋ ਰਹੀਆਂ। ਖੈਰ 3 ਰਾਜਾਂ ਦੇ ਵਿੱਚ ਤਾਂ 3-4 ਰਾਜਾਂ 'ਚ ਤਾਂ ਚੋਣ ਪ੍ਰੋਗਰਾਮ ਮੁਕੰਮਲ ਹੋ ਗਿਆ, ਉੱਥੇ ਵੋਟਾਂ ਪੈ ਚੁੱਕੀਆਂ। ਬੰਗਾਲ ਦੇ ਵਿੱਚ ਅਜੇ ਵੋਟਾਂ ਪੈਣੀਆਂ ਰਹਿੰਦੀਆਂ, ਔਰ ਕਿਉਂਕਿ ਪੜਾਅ ਚੋਣਾਂ ਹੁੰਦੀਆਂ, ਇਸ ਕਰਕੇ ਜਿੱਥੇ ਚੋਣ ਜਾਬਤਾ ਲੱਗਿਆ ਹੁੰਦਾ, ਜਿੱਥੇ ਪ੍ਰਚਾਰ ਦਾ ਟਾਈਮ ਬੰਦ ਹੋ ਜਾਂਦਾ ਹੈ, ਉੱਥੇ ਤਾਂ ਕੋਈ ਪ੍ਰਚਾਰ ਨਹੀਂ ਕਰ ਸਕਦਾ, ਬਾਕੀ ਥਾਵਾਂ ਤੇ ਪ੍ਰਚਾਰ ਹੁੰਦੇ ਹੈ। ਚਾਹੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਹੋਣ, ਗ੍ਰਹਿ ਮੰਤਰੀ ਅਮਿਤ ਸ਼ਾਹ ਹੋਵੇ, ਚਾਹੇ ਕਾਂਗਰਸ ਪਾਰਟੀ ਦੇ ਲੀਡਰ ਹੋਣ, ਤ੍ਰਿਣਮੂਲ ਕਾਂਗਰਸ ਦੇ ਲੀਡਰ ਹੋਣ, ਸਾਰੇ ਲੀਡਰ ਜਾਂਦੇ ਆ ਤੇ ਸਾਰੇ ਲੀਡਰ ਜਾ ਕੇ ਆਪਣਾ ਭਾਸ਼ਣ ਕਰਦੇ ਆ, ਲੋਕਾਂ ਨੂੰ ਪ੍ਰਭਾਵਿਤ ਕਰਦੇ ਆ ਕਿ ਤੁਸੀਂ ਸਾਨੂੰ ਵੋਟਾਂ ਪਾਓ। ਇਹਦੇ ਚੱਲਦੇ ਫਿਰ ਸਵਾਲ ਖੜਾ ਹੁੰਦਾ ਕਿ ਜਿਹੜਾ ਪ੍ਰੋਟੋਕੋਲ ਹੈ ਕਰੋਨਾ ਦਾ, ਇਹ ਉਹਨਾਂ ਥਾਵਾਂ ਤੇ ਲਾਗੂ ਕਿਉਂ ਨਹੀਂ ਹੁੰਦਾ ਜਿੱਥੇ ਚੋਣਾਂ ਹੁੰਦੀਆਂ? ਉੱਥੇ ਜਿਹੜੇ ਹੈਗੇ ਲੀਡਰ ਕਿਉਂ ਜਾਂਦੇ ਆ? ਆਮ ਆਪਾਂ ਦੇਖਦੇ ਆ ਕਿ ਪ੍ਰਧਾਨ ਮੰਤਰੀ ਸਾਹਿਬ 2 ਗਜ ਦੀ ਦੂਰੀ ਦਾ ਜ਼ਿਕਰ ਵੀ ਕਰਦੇ ਆ, ਮੋਦੀ ਜੀ ਇਹ ਵੀ ਕਹਿੰਦੇ ਆ ਕਿ ਜੀ ਸਾਰੇ ਮਾਸਕ ਲਾ ਕੇ ਰੱਖੋ, ਲੇਕਿਨ ਜਦੋਂ ਜਾ ਕੇ ਰੈਲੀ ਨੂੰ ਐਡਰੈਸ ਕਰਦੇ ਉਹਨਾਂ ਦੇ ਸਾਹਮਣੇ ਜਿਹੜੀਆਂ ਫੌਜਾਂ ਬੈਠੀਆਂ ਹੁੰਦੀਆਂ, ਹਜ਼ਾਰਾਂ ਦੀ ਤਾਦਾਦ 'ਚ, ਲੱਖਾਂ 'ਚ ਨਾ ਕਹੋ, ਹਜ਼ਾਰਾਂ ਦੀ ਤਾਦਾਦ 'ਚ ਕਹੋ, ਕਿਸੇ ਨੇ ਕੋਈ ਕਿਸੇ ਪ੍ਰੋਟੋਕੋਲ ਦੀ ਪਰਵਾਹ ਨਹੀਂ ਕੀਤੀ ਹੁੰਦੀ। ਉਹ ਨਾਅਰੇ ਵੀ ਲਾ ਰਹੇ ਆ, ਇੱਕ ਦੂਜੇ ਦੇ ਉੱਤੇ ਜਿਹੜੀ ਹੈਗੀ ਉਹਨਾਂ ਦੀ ਹਵਾੜ ਵੀ ਵੱਜਦੀ ਹੈ। ਔਰ ਇਹੀ ਚੀਜ਼ ਜਿਹੜੀ ਹੈਗੀ ਹੈ, ਦਿੱਲੀ ਹਾਈ ਕੋਰਟ ਦੀ ਇੱਕ ਜੱਜਮੈਂਟ ਆਈ ਹੈ 2 ਦਿਨ ਪਹਿਲਾਂ। ਉਹ ਜੱਜਮੈਂਟ ਇਹ ਸੀ ਕਿ ਕੋਈ ਬੰਦਾ ਕਾਰ ਦੇ ਵਿੱਚ ਜਾ ਰਿਹਾ ਹੈ, ਇਕੱਲਾ ਬੰਦਾ ਆਪਣੀ ਕਾਰ ਡਰਾਈਵ ਕਰਦਾ ਹੈ, ਔਰ ਉਹਦਾ ਚਲਾਨ ਕੱਟ ਦਿੱਤਾ ਜਾਂਦਾ ਹੈ। ਉਹ ਚੱਕ ਕੇ ਹਾਈ ਕੋਰਟ 'ਚ ਆ ਜਾਂਦੇ ਹੈ ਕਿ ਜੀ ਸਾਨੂੰ ਚਲਾਨ ਗਲਤ ਕੱਟਿਆ ਵਾ, ਸਾਡੇ ਨਾਲ ਤਾਂ ਬੰਦਾ ਹੀ ਕੋਈ ਨਹੀਂ, ਸੋਸ਼ਲ ਡਿਸਟੈਂਸ ਕਿਵੇਂ ਲਾਗੂ ਹੋ ਗਿਆ? ਮੈਂ ਆਪਣੀ ਗੱਡੀ ਦੇ ਵਿੱਚ ਬੈਠਾ ਹੈ। ਤਾਂ ਦਿੱਲੀ ਹਾਈ ਕੋਰਟ ਨੇ ਕਿਹਾ ਕਿ ਸੋਸ਼ਲ ਡਿਸਟੈਂਸ ਲਾਗੂ ਹੁੰਦਾ ਹੈ, ਕਿਉਂਕਿ ਕਾਰ ਵੀ ਜਿਹੜੀ ਹੈਗੀ ਉਹ ਪਬਲਿਕ ਪਲੇਸ ਹੈ। ਜਦੋਂ ਤੁਸੀਂ ਕਾਰ ਦੇ ਵਿੱਚ ਸਫ਼ਰ ਕਰਦੇ ਹੋ, ਕਿਤੇ ਰੈੱਡ ਲਾਈਟ ਆਉਂਦੀ ਹੈ, ਤੁਹਾਨੂੰ ਪੁਲਿਸ ਵਾਲੇ ਬੁਲਾਉਂਦੇ ਆ, ਤੁਸੀਂ ਸ਼ੀਸ਼ਾ ਡਾਊਨ ਕਰਦੇ ਹੋ। ਸ਼ੀਸ਼ਾ ਡਾਊਨ ਕਰਨ ਤੋਂ ਬਾਅਦ ਜਿਹੜੀ ਤੁਹਾਡੀ ਸਾਹ ਦੀ ਹਵਾ ਹੈ ਜਾਂ ਤੁਹਾਡੇ ਜਿਹੜੇ ਸਿੰਪਟਮਸ ਆ ਬਾਹਰ ਆਉਂਦੇ ਹੈ, ਉਹ ਕਿਸੇ ਹੋਰ ਨੂੰ ਵੀ ਲੱਗ ਸਕਦੇ ਹੈ। ਇਹ ਹੁਣ ਇਸ ਕਿਸਮ ਦੇ ਇੱਕ ਪਾਸੇ ਤੇ ਇਹੋ ਜਿਹੇ ਫੈਸਲੇ ਆ ਰਹੇ, ਦੂਜੇ ਪਾਸੇ ਲੱਖਾਂ ਲੋਕ ਜਿਹੜੇ ਹੈਗੇ ਜੀ ਉਹ ਰੈਲੀਆਂ 'ਚ ਜਾ ਰਹੇ ਹੈ। ਪ੍ਰੋਟੋਕੋਲ ਦੀ ਉਲੰਘਣਾ ਜੇ ਸਭ ਤੋਂ ਵੱਧ ਕੋਈ ਕਰਦਾ ਤਾਂ ਪ੍ਰੋਟੋਕੋਲ ਦੀ ਉਲੰਘਣਾ ਵੱਡੇ ਲੋਕ ਕਰਦੇ ਹੈ, ਰਾਜਨੀਤਿਕ ਲੀਡਰ ਕਰਦੇ, ਉਹਨਾਂ 'ਚ ਮੁੱਖ ਮੰਤਰੀ ਵੀ ਹੈ, ਉਹਨਾਂ ਦੇ ਵਿੱਚ ਪ੍ਰਧਾਨ ਮੰਤਰੀ ਵੀ ਹੈ। ਇਸ ਮੁੱਦੇ ਨੂੰ ਲੈ ਕੇ ਕਿਸੇ ਸੱਜਣ ਨੇ ਪਟੀਸ਼ਨ ਦਾਇਰ ਕਰਤੀ ਦਿੱਲੀ ਹਾਈ ਕੋਰਟ ਦੇ ਵਿੱਚ। ਉਹਨੇ ਡਿਮਾਂਡ ਕੀਤੀ ਹੈ ਕਿ ਜਿਹੜਾ ਪ੍ਰੋਟੋਕੋਲ ਸਾਡੇ ਤੇ ਲਾਗੂ ਕੀਤਾ ਜਾਂਦਾ ਹੈ, ਲਾਕਡਾਊਨ ਦੇ ਨਿਯਮ ਸਾਡੇ ਤੇ ਲਾਗੂ ਕੀਤੇ ਜਾਂਦੇ ਆ, ਦੂਜਿਆਂ ਤੇ ਕਿਉਂ ਨਹੀਂ ਲਾਗੂ ਕੀਤੇ ਜਾਂਦੇ? ਇਸ ਵੇਲੇ ਤੁਸੀਂ ਸੋਸ਼ਲ ਮੀਡੀਆ ਤੇ ਦੇਖਦੇ ਹੋਵੋਗੇ ਕਿ ਜਿਵੇਂ ਜਿਵੇਂ ਦਾ ਪ੍ਰਕੋਪ ਵੱਧ ਰਿਹਾ ਹੈ, ਪ੍ਰਕੋਪ ਵਧਣ ਦੇ ਨਾਲ ਨਾਲ ਸਖਤੀ ਵੀ ਹੋ ਰਹੀ ਹੈ ਲੋਕਾਂ ਤੇ। ਬਹੁਤ ਸਾਰੇ ਥਾਵਾਂ ਤੇ ਡਾਂਗ ਭਰਾਈ ਜਾ ਰਹੀ ਹੈ, ਕੁੱਟਮਾਰ ਹੋ ਰਹੀ ਹੈ, ਪੁਲਿਸ ਵਾਲੇ ਧੱਕਾ ਕਰਦੇ ਹੈ, ਤੇਰੇ ਮਾਸਕ ਨਹੀਂ ਲੱਗਿਆ। ਪਰ ਜਿੱਥੇ ਲੀਡਰ ਜਾਂਦੇ ਆ ਤੇ ਐਡੀਆਂ ਰਹਿੰਦੀਆਂ, ਉੱਥੇ ਸਭ ਦੀਆਂ ਅੱਖਾਂ ਬੰਦ ਹੋ ਜਾਂਦੀਆਂ। ਜੇ ਅਸੀਂ ਬਾਕੀ ਵੀ ਹਾਲਤ ਦੇਖੀ ਤੇ ਹਾਲਤ ਬਹੁਤ ਬੁਰੀ ਹੈ। ਇੱਕ ਪਾਸੇ ਤੁਸੀਂ ਦੇਖਿਆ ਹੋਣਾ ਵੀ ਇਸ ਕਿਸਮ ਦਾ ਆਲਮ ਛਾਇਆ ਹੋਇਆ ਹੈ, ਦੂਜੇ ਪਾਸੇ ਕਈ ਸੂਬਿਆਂ ਦੇ ਵਿੱਚ ਟੀਕਾਕਰਨ ਜੀ ਨੂੰ ਬਹੁਤ ਵੱਡੀ ਗੱਲ ਕਹੀ ਸੀ ਮੋਦੀ ਸਾਹਿਬ ਨੇ ਕਿ ਅਸੀਂ ਬੜੇ ਵੱਡੇ ਪੱਧਰ ਤੇ ਟੀਕਾਕਰਨ ਕਰ ਰਹੇ ਹਾਂ। ਟੀਕਾਕਰਨ ਵਾਲੇ ਮਾਮਲੇ ਦੇ ਵਿੱਚ ਵੀ ਬਹੁਤ ਅਸੀਂ ਪਛੜ ਰਹੇ ਹਾਂ। ਵੈਕਸੀਨ ਜਿਹੜੀ ਹੈ ਪ੍ਰੋਪਰ ਪਹੁੰਚ ਨਹੀਂ ਰਹੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੱਲ ਜਿਹੜੀ ਕਿੰਨਾ ਦੀ ਮੀਟਿੰਗ ਹੋਈ ਸੀਗੀ, ਵਰਚੁਅਲ ਮੀਟਿੰਗ ਹੋਈ ਸੀ ਪ੍ਰਾਈਮ ਮਿਨਿਸਟਰ ਨਾਲ, ਉਸ ਤੋਂ ਬਾਅਦ ਫਿਰ ਚਿੱਠੀ ਲਿਖ ਦਿੱਤੀ ਹੈ ਕਿ ਜਿਹੜਾ ਕਰੋਨਾ ਨੂੰ ਕਾਬੂ ਕਰਨ ਵਾਸਤੇ ਤੁਹਾਡੀ ਜਿਹੜੀਆਂ ਸੈਂਟਰਲ ਗਾਈਡਲਾਈਨਸ ਆ ਉਹ ਆਪਣੀ ਥਾਂ ਤੇ ਹੈ, ਲੇਕਿਨ ਆਪੋ ਆਪਣੇ ਰਾਜਾਂ ਦੇ ਵਿੱਚ ਇਸ ਬਿਮਾਰੀ ਨਾਲ ਕਿਵੇਂ ਸਿੱਝਣਾ ਹੈ, ਇਹ ਅਧਿਕਾਰ ਹੈ ਜਿਹੜੇ ਇਹ ਰਾਜਾਂ ਕੋਲੇ ਹੋਣੇ ਚਾਹੀਦੇ ਆ। ਰਾਜਾਂ ਨੂੰ ਦਿਓ, ਰਾਜ ਆਪਣੇ ਪੱਧਰ ਤੇ ਸੋਚਣ। ਉੜੀਸਾ ਦਾ ਮੁੱਖ ਮੰਤਰੀ ਹੈ ਨਵੀਨ ਪਟਨਾਇਕ,
ਉਹਦੀ ਬੜੀ ਨੇੜਤਾ ਭਾਰਤੀ ਜਨਤਾ ਪਾਰਟੀ ਵਾਲਿਆਂ ਨਾਲ ਜਦੋਂ ਮੁਸੀਬਤ ਦੀਆਂ ਘੜੀਆਂ ਹੁੰਦੀਆਂ ਉਸ ਵੇਲੇ ਉਹਦੀ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਮਦਦ ਕਰਦੀ ਹੈ। ਉਹਨੇ ਵੀ ਪ੍ਰਧਾਨ ਮੰਤਰੀ ਨੂੰ ਇੱਕ ਚਿੱਠੀ ਲਿਖ ਦਿੱਤੀ। ਉਹ ਕਹਿੰਦਾ ਜੀ ਸਾਨੂੰ ਜਿੰਨੇ ਯੂਨਿਟ ਚਾਹੀਦੀ ਹੈ ਸਾਨੂੰ ਵੈਕਸੀਨ ਨਹੀਂ ਮਿਲ ਰਹੀ। 7,000 ਸਾਡੇ ਕਹਿੰਦੇ 14,000 ਟੋਟਲ ਉਹਨਾਂ ਦੇ ਵੈਕਸੀਨੇਸ਼ਨ ਸੈਂਟਰ ਹੈ ਜਿੱਥੇ ਟੀਕਾਕਰਨ ਹੋ ਰਿਹਾ। ਉਹਦੇ ਵਿੱਚੋਂ 7,000 ਸੈਂਟਰ ਸਾਡੇ ਅਜਿਹੇ ਹੈ ਜਿੱਥੇ ਵੈਕਸੀਨ ਨਹੀਂ। ਅਸੀਂ ਲੋਕਾਂ ਨੂੰ ਵੈਕਸੀਨ ਕਿੱਥੋਂ ਲਾਵਾਂਗੇ? ਹੋਰ ਸੂਬਿਆਂ ਦੇ ਵਿੱਚੋਂ ਵੀ ਇਹੀ ਗੱਲ ਆ ਰਹੀ ਹੈ। ਆਮ ਆਦਮੀ ਪਾਰਟੀ ਨੇ ਬਹੁਤ ਵੱਡਾ ਇਲਜ਼ਾਮ ਲਾ ਦਿੱਤਾ ਭਾਰਤ ਸਰਕਾਰ ਦੀ। ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਤੁਸੀਂ ਵਿਦੇਸ਼ਾਂ ਨੂੰ ਤਾਂ ਦਵਾਈ ਭੇਜੀ ਜਾਂਦੇ ਹੋ, ਲੇਕਿਨ ਆਪਣੇ ਦੇਸ਼ ਦੇ ਵਿੱਚ ਜਿਹੜੀ ਦਵਾਈ ਚਾਹੀਦੀ ਹੈ ਲੋਕਾਂ ਨੂੰ, ਵੈਕਸੀਨੇਸ਼ਨ ਚਾਹੀਦੀ ਹੈ, ਉਹਨਾਂ ਦੇ ਇੰਜੈਕਸ਼ਨ ਲਾਉਣੇ ਹੈ, ਉਹ ਤੁਹਾਡੇ ਕੋਲ ਉਹਨਾਂ ਦੀ ਪੂਰਤੀ ਨਹੀਂ ਹੋ ਰਹੀ। ਇੱਥੇ ਹਾਲਤ ਇਹ ਬਣੀ ਪਈ ਹੈ ਵੀ ਅੰਨੀ ਪੀਸੀ ਜਾਂਦੀ ਹੈ, ਕੁੱਤੇ ਚੱਟੀ ਜਾਂਦੇ ਹੈ, ਕਿਸੇ ਨੂੰ ਕੋਈ ਪਤਾ ਨਹੀਂ ਕੀ ਹੁੰਦਾ ਹੈ। ਇਸ ਸਥਿਤੀ ਦੇ ਵਿੱਚ ਕਿਸੇ ਨੇ ਜਿਹੜੀ ਪਟੀਸ਼ਨ ਦਾਇਰ ਕੀਤੀ ਹੈ ਦਿੱਲੀ ਹਾਈ ਕੋਰਟ 'ਚ, ਉਹਨੇ ਸਾਰੇ ਮਾਮਲੇ ਰੱਖੇ ਹੈ ਕਿ ਹਾਲਤ ਇਹ ਹੈ ਔਰ ਇਹਦੇ ਤੇ ਮਾਣਯੋਗ ਅਦਾਲਤ ਘੱਟੋ ਘੱਟ ਜਿਹੜੀ ਹੈਗੀ ਆ ਹੁਕਮ ਦੇਵੇ ਇਹਨਾਂ ਨੂੰ, ਵੱਡੇ ਪ੍ਰਭੂਆਂ ਨੂੰ, ਚੌਧਰੀਆਂ ਨੂੰ, ਜਿਨ੍ਹਾਂ ਨੇ ਠੇਕਾ ਲੈ ਰੱਖਿਆ ਸਾਰੇ ਦੇਸ਼ ਦੀ ਏਕਤਾ ਤੇ ਅਖੰਡਤਾ ਦਾ, ਜਿਹੜੇ ਕਹਿੰਦੇ ਅਸੀਂ ਦੇਸ਼ ਦਾ ਭਲਾ ਕਰਦੇ ਹਾਂ, ਵੀ ਘੱਟੋ ਘੱਟ ਤੁਸੀਂ ਦੇਸ਼ ਨੂੰ ਮਹਾਮਾਰੀ ਵਾਲੇ ਪਾਸੇ ਕਿਉਂ ਧੱਕ ਰਹੇ ਹੋ? ਜਿੱਥੇ ਤੁਹਾਡੀਆਂ ਰੈਲੀਆਂ ਹੁੰਦੀਆਂ ਉਹਨਾਂ ਰੈਲੀਆਂ ਦੇ ਵਿੱਚ ਲੱਖਾਂ ਦੇ ਇਕੱਠ, ਤੇ ਜੇ ਕੋਈ ਇਕੱਲਾ ਬੰਦਾ ਤੁਰਿਆ ਜਾਂਦਾ ਮਜ਼ਦੂਰ ਆ, ਕਾਨੂੰਨ ਇਹਦੇ ਤੇ ਹੁਣ ਦਿੱਲੀ ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਤੇ ਚੋਣ ਕਮਿਸ਼ਨ ਨੂੰ ਨੋਟਿਸ ਭੇਜਿਆ ਕਿ ਤੁਸੀਂ ਆਪਣੀ ਸਥਿਤੀ ਸਪਸ਼ਟ ਕਰੋ। ਉਹ ਹੁਣ ਸਪਸ਼ਟ ਕਦੋਂ ਕਰਦੇ ਆ ਸਥਿਤੀ? 1 ਤਰੀਕ ਮਿਲਦੀ ਹੈ, 2 ਤਰੀਕਾਂ ਮਿਲਦੀਆਂ, ਉਦੋਂ ਨੂੰ ਮੇਰਾ ਖਿਆਲ ਚੋਣ ਵਾਲਾ ਕੰਮ ਹੀ ਮੁੱਕ ਜਾਣਾ। ਤਾਂ ਉਹ ਜਿਹੜੀ ਉਲੰਘਣਾ ਹੁੰਦੀ ਰਹਿਣੀ ਹੈ। ਔਰ ਇਹਨੂੰ ਅਸੀਂ ਕਹਾਂਗੇ ਕਿ ਜੇ ਐਡੇ ਵੱਡੇ ਪੱਧਰ ਦੇ ਉੱਤੇ ਮਹਾਮਾਰੀ ਫੈਲਦੀ ਹੈ ਤਾਂ ਇਹ ਮਹਾਮਾਰੀ ਫੈਲਾਉਣ ਦੇ ਵਿੱਚ ਸਾਡਾ ਸਿਸਟਮ ਜ਼ਿੰਮੇਵਾਰ ਹੈ। ਪਰ ਜੇ ਦੂਜੇ ਪਾਸੇ ਹੱਕ ਮੰਗਦੇ ਲੋਕ ਕੁਝ ਪ੍ਰੋਟੈਸਟ ਕਰਦੇ ਹੁਣ, ਉਹਨਾਂ ਤੇ ਫੇਰ ਡਾਂਗ ਭਰਾ ਦਿੰਦੇ ਕਿ ਜੀ ਤੁਸੀਂ ਪ੍ਰੋਟੋਕੋਲ ਦੀ ਉਲੰਘਣਾ ਕਰ ਰਹੇ ਆ। ਜਿਵੇਂ ਕਿ ਆਪਾਂ ਦੇਖਿਆ ਕਿਸਾਨ ਅੰਦੋਲਨ ਨੂੰ ਵੀ ਨਿਸ਼ਾਨਾ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਪਟੀਸ਼ਨਾਂ ਵੀ ਹਾਈ ਕੋਰਟ, ਸੁਪਰੀਮ ਕੋਰਟਾਂ ਦੇ ਵਿੱਚ ਪਾਈਆਂ ਜਾ ਰਹੀਆਂ। ਗਾਹੇ ਬਗਾਹੇ ਭਾਰਤੀ ਜਨਤਾ ਪਾਰਟੀ ਤੇ ਇਹਨਾਂ ਦੇ ਨਾਲ ਜਿਹੜੇ ਜੁੜੇ ਹੋਏ ਲੋਕ ਹੈ ਉਹਨਾਂ ਵੱਲੋਂ ਬਿਆਨਬਾਜ਼ੀ ਵੀ ਆ ਰਹੀ ਹੈ ਕਿ ਕਰੋਨਾ ਫੈਲਾਉਣ ਦੇ ਵਿੱਚ ਕਿਸਾਨ ਬਹੁਤ ਵੱਡੀ ਭੂਮਿਕਾ ਅਦਾ ਕਰ ਰਹੇ ਆ ਜੀ, ਇਹਨਾਂ ਨੂੰ ਰੋਕਿਆ ਜਾਵੇ। ਸੋ ਇੱਥੇ ਮੈਂ ਜਿਵੇਂ ਪਹਿਲਾਂ ਕਹਿ ਚੁੱਕਿਆ ਕਿ ਅੰਨੀ ਪੀਸੀ ਜਾਂਦੀ ਹੈ, ਕੁੱਤਾ ਚੱਟੀ ਜਾਂਦਾ, ਸਾਡਾ ਭਾਰਤ ਮਹਾਨ ਹੈ ਜੀ। ਜੀ ਢਿੱਲੋਂ ਸਾਹਿਬ, ਸਿੱਖ ਧਰਮ ਦੇ ਵਿੱਚ ਜਦੋਂ ਵੀ ਸਾਡੇ ਗੁਰੂਆਂ ਦਾ ਪ੍ਰਕਾਸ਼ ਉਤਸਵ ਆਉਂਦਾ ਹੈ ਤਾਂ ਪੂਰੀ ਦੁਨੀਆ ਦੇ ਵਿੱਚ ਬੜੀ ਧੂਮਧਾਮ ਦੇ ਨਾਲ ਮਨਾਇਆ ਜਾਂਦਾ ਹੈ। ਔਰ ਅੱਗੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਉਤਸਵ ਆ ਰਿਹਾ, ਉਹਨੂੰ ਲੈ ਕੇ ਕੌਮੀ ਮੀਟਿੰਗ ਹੋਈ ਹੈ ਇੱਕ, ਜਿਹਦੇ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਹਾਜ਼ਰ ਸੀਗੇ। ਔਰ ਇੱਕ ਵੱਡਾ ਬਿਆਨ ਨਰਿੰਦਰ ਮੋਦੀ ਦਾ, ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਦਾ ਆਇਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਪ੍ਰਕਾਸ਼ ਉਤਸਵ ਆ ਉਹ ਮਨਾਉਣਾ ਸਾਡਾ ਕੌਮੀ ਫਰਜ਼ ਹੈ। ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਇਸ ਬਿਆਨ ਨੂੰ ਪ੍ਰਧਾਨ ਮੰਤਰੀ ਦੇ? ਦੇਖੋ ਚਮਕੌਰ ਜੀ, ਜਦੋਂ ਅਸੀਂ ਗੁਰੂ ਸਾਹਿਬਾਨ ਦੀ ਗੱਲ ਕਰਦੇ ਹਾਂ, ਦੁਨੀਆ ਦੇ ਵਿੱਚ ਸਿੱਖ ਧਰਮ ਇੱਕ ਅਜਿਹਾ ਨਵੇਕਲਾ ਧਰਮ ਹੈ ਜਿਸ ਧਰਮ ਨੇ ਜਿਹੜੀਆਂ ਸਭ ਤੋਂ ਵੱਡੀ ਬਿਮਾਰੀ ਸੀ ਸਾਡੀ ਭਾਰਤੀ ਉਪ ਮਹਾਦੀਪ ਦੀ ਜਾਤ ਪਾਤ ਵਾਲੀ, ਇਹਨੂੰ ਖਤਮ ਕੀਤਾ ਹੈ। ਇਹ ਧਰਮ ਅਜਿਹਾ ਧਰਮ ਹੈ ਜਿਹੜਾ ਮਨੁੱਖਤਾ ਨੂੰ ਤਰਜੀਹ ਦਿੰਦਾ ਹੈ ਧਰਮਾਂ ਤੋਂ ਉੱਪਰ ਉੱਠ ਕੇ। ਉਸ ਵੇਲੇ ਜਦੋਂ ਦੇਸ਼ ਦੇ ਵਿੱਚ ਬਹੁਤ ਬੁਰਾ ਹਾਲ ਸੀ, ਵਿਦੇਸ਼ੀ ਹਮਲਾਵਰ ਸਾਡੇ ਉੱਤੇ ਹਮਲੇ ਕਰਦੇ ਹੁੰਦੇ ਸੀ, ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਪ੍ਰਕਾਸ਼ ਧਾਰਿਆ ਸੀ, ਉਹਨਾਂ ਨੇ ਅਵਤਾਰ ਧਾਰਿਆ ਸੀ। ਉਸ ਵੇਲੇ ਤੋਂ ਲੈ ਕੇ ਜੇ ਆਪਾਂ 10 ਗੁਰੂਆਂ ਤੱਕ ਦਾ, ਗੁਰੂ ਗ੍ਰੰਥ ਸਾਹਿਬ ਤੱਕ ਦੇ ਹੋਂਦ ਵਿੱਚ ਆਉਣ ਤੋਂ ਇਹ ਸਾਰੇ ਅਮਲ ਨੂੰ ਦੇਖੀਏ ਤਾਂ ਇਹ ਅਮਲ ਆਪਣੇ ਆਪ ਦੇ ਵਿੱਚ ਇੱਕ ਨਵੇਕਲਾ ਅਮਲ ਹੈ। ਗੁਰੂ ਨਾਨਕ ਦੇਵ ਸਾਹਿਬ ਨੇ ਸਭੇ ਸਾਂਝੀ ਵਾਲ ਸਦੈਨ ਕੋਈ ਨਾ ਦਿਸੇ ਵਾਰਾ ਜੀਓ, ਉਹਨਾਂ ਨੇ ਇਹ ਬਾਣੀ ਉਚਾਰ ਕੇ ਇਹ ਦੱਸਿਆ ਸੀ ਕਿ ਇਹ ਧਰਤੀ, ਇਹ ਆਕਾਸ਼, ਆ ਸੋਮੇ, ਹਵਾ, ਪਾਣੀ ਜੋ ਇਹ ਹੈਗੀ ਹੈ ਇਹ ਕਿਸੇ ਇੱਕ ਬੰਦੇ ਦਾ ਨਹੀਂ, ਇਹ ਸਭ ਦਾ ਹੀ ਹੈ। ਔਰ ਉਹਨਾਂ ਨੇ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਇਹ ਸਿਧਾਂਤ ਦਿੱਤਾ ਸੀ, ਕਿਰਤ ਨੂੰ ਪ੍ਰਮੋਟ ਕੀਤਾ ਸੀ। ਉਸ ਤੋਂ ਬਾਅਦ ਫਿਰ ਚੌਥੇ ਸਾਡੇ ਗੁਰੂ ਆਉਂਦੇ ਹੈ, ਪੰਜਵੇਂ ਗੁਰੂ ਆਉਂਦੇ ਗੁਰੂ ਅਰਜਨ ਦੇਵ ਜੀ। ਗੁਰੂ ਅਰਜਨ ਦੇਵ ਜੀ ਨੂੰ ਜਿਹਨਾਂ ਪਰਿਸਥਿਤੀਆਂ ਦੇ ਵਿੱਚ ਗੁਜ਼ਰਨਾ ਪਿਆ, ਜਿਸ ਹਾਲਾਤ ਦੇ ਵਿੱਚ ਉਹ ਗੁਜ਼ਰੇ ਹੈ, ਜਿਵੇਂ ਉਹਨਾਂ ਨੂੰ ਸਿੱਖੀ ਦਾ ਪ੍ਰਚਾਰ ਵੀ ਕਰਨਾ ਪਿਆ ਹੈ, ਜਿਵੇਂ ਉਹਨਾਂ ਨੇ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੀ ਜਿਹੜੀ ਹੈ ਨੀਂਹ ਪੱਥਰ ਵੀ ਰਖਵਾਇਆ, ਔਰ ਫਿਰ ਬਾਅਦ ਦੇ ਵਿੱਚ ਉਹਨਾਂ ਨੂੰ ਜਿਸ ਤਰ੍ਹਾਂ ਜਿਹੜੇ ਸਿਸਟਮ ਨੇ ਜਾਂ ਵੇਲੇ ਦੀ ਸੱਤਾ ਨੇ ਆਪਣੇ ਅਤਾਬ ਦਾ ਸ਼ਿਕਾਰ ਬਣਾਇਆ, ਉਹ ਵੀ ਇੱਕ ਇਤਿਹਾਸ ਹੈ, ਇੱਕ ਮਿਸਾਲ ਹੈ ਕਿ ਉਹ ਸਭ ਕੁਝ ਕਰਨ ਦੇ ਸਮਰੱਥ ਹੋਣ ਦੇ ਬਾਵਜੂਦ ਵੀ ਤੇਰਾ ਭਾਣਾ ਮਿੱਠਾ ਲਾਗੇ ਕਹਿ ਕੇ ਉਹਨਾਂ ਨੇ ਹਰ ਕਿਸਮ ਦਾ ਤਸ਼ੱਦਦ ਆਪਣੇ ਉੱਪਰ ਚੱਲਿਆ। ਛੇਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਜੀ ਆਉਂਦੇ ਹੈ,
ਉਹਨਾਂ ਨੇ ਆ ਕੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਔਰ ਉਹਨਾਂ ਨੇ ਆ ਕੇ ਕਿਹਾ ਕਿ ਧਰਮ ਦੀ ਰਾਖੀ ਦੇ ਲਈ ਥੋੜਾ ਬੰਦੇ ਨੂੰ ਸ਼ਸਤਰਧਾਰੀ ਹੋਣਾ ਵੀ ਜ਼ਰੂਰੀ ਹੈ। ਧਰਮ ਦੀ ਤੇ ਮਨੁੱਖਤਾ ਦੀ ਰਾਖੀ ਲਈ ਉਹਨਾਂ ਨੇ ਜਿਹੜੇ ਕੀਰਤੀਮਾਨ ਸਥਾਪਿਤ ਕੀਤੇ ਅਸੀਂ ਉਹਨਾਂ ਨੂੰ ਵੀ ਭੁਲਾ ਨਹੀਂ ਸਕਦੇ। ਤੇ ਫਿਰ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਦਾ ਜ਼ਿਕਰ ਆਉਂਦਾ ਹੈ। ਪਹਿਲਾਂ ਉਹ ਗੁਰੂ ਤੇਗ ਬਹਾਦਰ ਹੈ ਤੇ ਫਿਰ ਉਹਨਾਂ ਨੂੰ ਹਿੰਦ ਦੀ ਚਾਦਰ ਇਸ ਵਾਸਤੇ ਕਿਹਾ ਜਾਂਦਾ ਹੈ ਕਿ ਉਸ ਦੌਰ ਦੇ ਵਿੱਚ ਜਦੋਂ ਲੋਕਾਂ ਨੂੰ ਜਬਰੀ ਮੁਗਲ ਬਾਦਸ਼ਾਹ ਔਰੰਗਜ਼ੇਬ ਵੱਲੋਂ ਕੰਪੈਲ ਕੀਤਾ ਜਾਂਦਾ ਸੀ ਕਿ ਉਹ ਆਪਣਾ ਧਰਮ ਤਬਦੀਲ ਕਰਨ, ਤਾਂ ਉਸ ਵੇਲੇ ਹਿੰਦੂਆਂ ਨੂੰ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਮੁਸਲਮਾਨਾਂ ਵਾਲੇ ਪਾਸੇ ਨੂੰ ਕਨਵਰਟ ਕੀਤਾ ਜਾਂਦਾ ਸੀ। ਤਾਂ ਹਾਹਾਕਾਰ ਮੱਚੀ ਹੋਈ ਸੀ ਸਾਰੇ ਪਾਸੇ। ਤੇ ਉਸ ਵੇਲੇ ਕਸ਼ਮੀਰੀ ਪੰਡਤਾਂ ਨੇ ਜਦੋਂ ਗੁਰੂ ਸਾਹਿਬ ਨੂੰ ਆ ਕੇ ਬੇਨਤੀ ਕੀਤੀ ਜੀ ਸਾਡੀ ਮਦਦ ਕਰੋ, ਕਹਿੰਦੇ ਵੀ ਗੁਰੂ ਸਾਹਿਬ ਨੇ ਸੋਚ ਵਿਚਾਰ ਕਰਨ ਤੋਂ ਬਾਅਦ ਕਿਹਾ ਕਿ ਕਿਸੇ ਮਹਾਨ ਸ਼ਖਸੀਅਤ ਨੂੰ ਕੁਰਬਾਨ ਹੋਣ ਦੀ ਲੋੜ ਹੈ। ਤੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਛੋਟੇ ਸੀ, ਬਚਪਨ ਸੀ, ਉਹਨਾਂ ਨੇ ਕਿਹਾ ਕਿ ਪਿਤਾ ਸ਼੍ਰੀ ਤੁਹਾਡੇ ਨਾਲੋਂ ਵੱਡੇ ਸ਼ਖਸੀਅਤ ਕੌਣ ਹੋ ਸਕਦੀ ਹੈ। ਤੇ ਗੁਰੂ ਸਾਹਿਬ ਨੇ ਫਿਰ ਕਿਹਾ ਸੀ ਕਿ ਜਾਓ ਉਹਨਾਂ ਨੂੰ ਕਹਿ ਦਿਓ ਕਿ ਪਹਿਲਾਂ ਮੇਰਾ ਧਰਮ ਤਬਦੀਲ ਕਰਵਾ ਲਵੇ ਤੇ ਬਾਅਦ ਦੇ ਵਿੱਚ ਸਾਰਿਆਂ ਦਾ ਹੋ ਜਾਣਾ। ਫਿਰ ਜਿਵੇਂ ਸੀਸਗੰਜ ਸਾਹਿਬ ਵਾਲੀ ਜਗ੍ਹਾ ਦੇ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਹੋਈ ਹੈ, ਉਹ ਸ਼ਹਾਦਤ ਇੱਕ ਲਸਾਨੀ ਸ਼ਹਾਦਤ ਹੈ। ਉਸ ਸ਼ਹਾਦਤ ਨੂੰ ਕੋਈ ਭੁੱਲ ਨਹੀਂ ਸਕਦਾ, ਭੁਲਾਈ ਨਹੀਂ ਜਾ ਸਕਦਾ। ਦੁਨੀਆ ਦੇ ਇਤਿਹਾਸ ਦੇ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਮਨੁੱਖੀ ਅਧਿਕਾਰਾਂ ਦੀ ਸਹੀ ਅਰਥਾਂ ਦੇ ਵਿੱਚ ਰਾਖੀ ਕਰਦਿਆਂ ਇੱਕ ਸਿੱਖ ਗੁਰੂ ਨੇ ਕਿਸੇ ਹੋਰ ਧਰਮ ਦੀ ਖਾਤਰ ਆਪਣਾ ਸਿਰ ਕਲਮ ਕਰਵਾਇਆ ਸੀ। ਇਸ ਮਿਸਾਲ ਨੂੰ ਦੁਨੀਆ ਦੇ ਵਿੱਚ ਲੋਕ ਬਹੁਤ ਜਿਹੜਾ ਹੈਗਾ ਉਦਾਹਰਨ ਵਜੋਂ ਪੇਸ਼ ਕਰਦੇ ਆ। ਤੇ ਅੱਜ ਇਹ ਸਾਰੀ ਦੁਨੀਆ ਦੇ ਵਿੱਚ ਸਿੱਖ ਧਰਮ ਦੇ ਡੰਕੇ ਬੋਲਦੇ ਆ ਤੇ ਇਸੇ ਕਰਕੇ ਹੈ। ਹੁਣ ਉਸ ਗੁਰੂ ਤੇਗ ਬਹਾਦਰ ਸਾਹਿਬ ਦਾ ਪ੍ਰਕਾਸ਼ ਉਤਸਵ ਆ ਗਿਆ 400 ਸਾਲਾ। ਉਹ ਤੋਂ ਪਹਿਲਾਂ ਅਸੀਂ ਬਾਬੇ ਨਾਨਕ ਦਾ 550 ਸਾਲਾ ਪ੍ਰਕਾਸ਼ ਉਤਸਵ ਮਨਾ ਕੇ ਹਟੇ। ਫਿਰ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਪ੍ਰਕਾਸ਼ ਉਤਸਵ ਮਨਾ ਕੇ ਹਟੇ। ਹੁਣ ਅਗਲੇ ਦਿਨਾਂ ਦੇ ਵਿੱਚ ਪ੍ਰਕਾਸ਼ ਉਤਸਵ ਇਹਨਾਂ ਦਾ ਆ ਗਿਆ ਹੈ। ਇਹਨੂੰ ਮਨਾਉਣ ਦੇ ਯਤਨ ਜਿਹੜੇ ਹੈਗੇ ਆ ਵੱਡੇ ਪੱਧਰ ਤੇ ਜਾਰੀ ਹੈ। ਸਾਡੇ ਲਈ ਇਹ ਤਸੱਲੀ ਦੀ ਗੱਲ ਹੈ ਕਿ ਭਾਰਤ ਦੇ ਵਿੱਚ ਜਿਹੜੀ ਇਸ ਵੇਲੇ ਦੀ ਸਰਕਾਰ ਹੈ, ਕੇਂਦਰੀ ਸਰਕਾਰ, ਉਹਦੇ ਜਿਹੜੇ ਪ੍ਰਧਾਨ ਮੰਤਰੀ ਹੈ ਨਰਿੰਦਰ ਮੋਦੀ ਸਾਹਿਬ, ਉਹਨਾਂ ਨੇ ਅਕਤੂਬਰ ਮਹੀਨੇ ਦੇ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ ਸੀ। 70 ਮੈਂਬਰੀ ਕਮੇਟੀ ਬਣੀ ਸੀ ਕਿ ਗੁਰੂ ਸਾਹਿਬ ਦਾ ਜਿਹੜਾ ਅਸੀਂ 400 ਸਾਲਾ ਪ੍ਰਕਾਸ਼ ਉਤਸਵ ਮਨਾਉਣਾ ਹੈ, ਇਹਦਾ ਮੈਸੇਜ ਦੁਨੀਆ 'ਚ ਜਾਣਾ ਚਾਹੀਦਾ ਤੇ ਇਹਨੂੰ ਆਪਾਂ ਕਿਸ ਢੰਗ ਦੇ ਨਾਲ ਮਨਾਉਣਾ ਹੈ। ਉਹਦੇ ਸੰਬੰਧ ਵਿੱਚ ਕੱਲ ਜਿਹੜੀ ਹੈ ਉਹਨਾਂ ਨੇ ਇੱਕ ਮੀਟਿੰਗ ਕੀਤੀ ਸੀ। ਉਹ ਮੀਟਿੰਗ ਵਰਚੁਅਲ ਮੀਟਿੰਗ ਹੋਈ ਹੈ, ਤਕਨੀਕ ਦੇ ਮਾਧਿਅਮ ਰਾਹੀਂ ਹੋਈ ਹੈ, ਕਿਉਂਕਿ ਕਰੋਨਾ ਦੇ ਚੱਲਦਿਆਂ ਫਿਜ਼ੀਕਲੀ ਸਾਰੇ ਮੈਂਬਰਾਂ ਦਾ ਉੱਥੇ ਜਿਹੜਾ ਹੈਗਾ ਇਕੱਤਰ ਹੋਣਾ ਸੰਭਵ ਨਹੀਂ ਸੀ। ਸੋ ਇਸ ਮੀਟਿੰਗ ਦੀ ਪ੍ਰਧਾਨਗੀ ਕੀਤੀ ਹੈ ਖੁਦ ਪ੍ਰਧਾਨ ਮੰਤਰੀ ਨੇ। ਇਹਦੇ ਵਿੱਚ ਅਮਿਤ ਸ਼ਾਹ ਗ੍ਰਹਿ ਮੰਤਰੀ ਵੀ ਆਏ ਹੈ, ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਵੀ ਮੌਕਾ ਦਿੱਤਾ ਗਿਆ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਔਰ ਜਿਹੜੇ ਹੈਗੇ ਤੁਹਾਡੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵਗੈਰਾ, ਉਹਨਾਂ ਨੂੰ ਵੀ ਇਹਦੇ ਵਿੱਚ ਬੁਲਾਇਆ ਗਿਆ ਸੀ। ਹੋਰ ਵੀ ਬਹੁਤ ਸਾਰੇ ਲੋਕ ਇਹਦੇ ਵਿੱਚ ਆਏ ਸੀ। ਫਿਰ ਉੱਥੇ ਵਿਚਾਰ ਵਟਾਂਦਰਾ ਕੀਤਾ ਗਿਆ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ। ਔਰ ਸਾਡੇ ਪ੍ਰਧਾਨ ਮੰਤਰੀ ਨੇ ਜਿਹੜੀ ਗੱਲ ਕਹੀ ਹੈ, ਦੇਖੋ ਪ੍ਰਧਾਨ ਮੰਤਰੀ ਜਦੋਂ ਬੋਲਦੇ ਹੈ ਉਹਨਾਂ ਦੇ ਬੋਲਣ ਤੋਂ ਇਵੇਂ ਲੱਗਦਾ ਕਿ ਉਹਨਾਂ ਦੇ ਨਾਲ ਦੀ ਸਮਰਪਣ ਦੀ ਭਾਵਨਾ ਕੋਈ ਨਹੀਂ। ਤੁਸੀਂ ਦੇਖਿਆ ਹੋਣਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੋਂ ਇੱਕ ਦਿਨ ਦੇ ਫਰਕ ਨਾਲ ਉਹ ਗੁਰਦੁਆਰਾ ਬੰਗਲਾ ਸਾਹਿਬ ਦੇ ਵਿੱਚ ਕਿ ਬੰਗਲਾ ਰਕਾਬਗੰਜ ਸਾਹਿਬ, ਮੇਰੇ ਖਿਆਲ ਰਕਾਬਗੰਜ ਸਾਹਿਬ ਹੀ ਹੈ ਜਿਹੜਾ ਪਾਰਲੀਮੈਂਟ ਦੇ ਨੇੜੇ ਆ, ਉਸ ਗੁਰੂ ਘਰ ਦੇ ਵਿੱਚ ਵੀ ਗਏ ਸੀ। ਉੱਥੇ ਵੀ ਜਾ ਕੇ ਉਹਨਾਂ ਨੇ ਗੁਰੂ ਤੇਗ ਬਹਾਦਰ ਨੂੰ ਸਜਦਾ ਕੀਤਾ ਸੀ, ਉਹਨਾਂ ਦੀ ਕੁਰਬਾਨੀ ਦੀ ਗੱਲ ਕੀਤੀ ਸੀ। ਲੇਕਿਨ ਜਦੋਂ ਉਹ ਕੁਰਬਾਨੀ ਦੀ ਗੱਲ ਕਰ ਰਹੇ ਸੀ ਉਸ ਵੇਲੇ ਲੱਖਾਂ ਕਿਸਾਨ ਜਿਹੜੇ ਹੈਗੇ ਦਿੱਲੀ ਦੇ ਆਲੇ ਦੁਆਲੇ ਬਾਰਡਰਾਂ ਤੇ ਬੈਠੇ ਸੀ। ਮਨੁੱਖੀ ਅਧਿਕਾਰਾਂ ਦੇ ਇੱਕ ਪੈਗੰਬਰ ਵਜੋਂ ਗੁਰੂ ਸਾਹਿਬ ਨੂੰ ਯਾਦ ਕੀਤਾ ਗਿਆ, ਅਕੀਦਤ ਵੀ ਭੇਟ ਕੀਤੀ ਗਈ, ਪਰ ਕਿੰਨੇ ਲੋਕਾਂ ਦੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੋ ਰਿਹਾ, ਪ੍ਰਧਾਨ ਮੰਤਰੀ ਸਾਹਿਬ ਨੇ ਇਹਦੇ ਧਿਆਨ ਨਹੀਂ ਸੀ ਦਿੱਤਾ। ਕੱਲ ਦੀ ਮੀਟਿੰਗ ਦੇ ਵਿੱਚ ਵੀ ਉਹਨਾਂ ਨੇ ਬਹੁਤ ਵਧੀਆ ਵਿਚਾਰ ਪ੍ਰਗਟ ਕੀਤੇ ਹੈ। ਉਹਨਾਂ ਨੇ ਕਿਹਾ ਕਿ ਸਾਡੇ ਲਈ ਇਹ ਇੱਕ ਮੌਕਾ ਵੀ ਹੈ, ਅਸੀਂ ਮਤਲਬ ਭਾਗਾਂ ਵਾਲੇ ਹਾਂ ਕਿ ਸਾਨੂੰ ਮੌਕਾ ਮਿਲਿਆ, ਅਸੀਂ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਉਤਸਵ ਮਨਾ ਰਹੇ ਹਾਂ। ਔਰ ਉਹਨਾਂ ਨੇ ਕਿਹਾ ਕਿ ਅਸੀਂ ਜਿੱਥੇ ਗੁਰੂ ਸਾਹਿਬ ਨੂੰ ਸਿਜਦਾ ਕਰਨਾ ਸਾਡਾ ਅਧਿਆਤਮਕ ਸੁਭਾਗ ਹੈ, ਉੱਥੇ ਇੱਕ ਸਾਡਾ ਕੌਮੀ ਫਰਜ਼ ਵੀ ਹੈ। ਤੇ ਨਾਲ ਜਿਹੜੀ ਉਹਨਾਂ ਨੇ ਬਹੁਤ ਵੱਡੀ ਗੱਲ ਕਹੀ ਹੈ, ਮੈਂ ਇਹਦੇ ਨਾਲ ਬੜਾ 100% ਸਹਿਮਤ ਹਾਂ। ਉਹਨਾਂ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਜ਼ਿੰਦਗੀ ਤੇ ਸਿੱਖਿਆਵਾਂ ਹੀ ਨਹੀਂ ਬਲਕਿ ਗੁਰੂ ਸਾਹਿਬ ਵੱਲੋਂ ਜਿਹੜੀਆਂ ਪਾਈਆਂ ਹੋਈਆਂ ਪਿਰਤਾਂ ਹੈ ਉਹਨਾਂ ਦਾ ਸੰਚਾਰ ਕੁੱਲ ਆਲਮ ਵਿੱਚ ਕੀਤਾ ਜਾਵੇਗਾ। ਪੂਰਾ 1 ਸਾਲ ਇਹ ਸਮਾਗਮ ਚੱਲਣਗੇ ਔਰ ਇਹ ਸਾਰੀ ਦੁਨੀਆ ਦੇ ਵਿੱਚ ਉਹਨਾਂ ਦੀ ਜਿਹੜੀ ਹੈਗੀ ਹੈ ਜ਼ਿੰਦਗੀ, ਉਹਨਾਂ ਵੱਲੋਂ ਪਾਈਆਂ ਹੋਈਆਂ ਪਿਰਤਾਂ, ਉਹਨਾਂ ਵੱਲੋਂ ਦਿੱਤੇ ਹੋਏ ਸੁਨੇਹੇ ਹੈ ਜਿਹੜੇ ਇਹਨਾਂ ਨੂੰ ਲੈ ਕੇ ਜਾਣਗੇ।
ਅਗਲੀ ਗੱਲ ਨਰਿੰਦਰ ਮੋਦੀ ਨੇ ਜਿਹੜੀ ਗੱਲ ਕਹੀ ਹੈ ਉਹ ਬਹੁਤ ਅੱਛੀ ਹੈ। ਉਹਨਾਂ ਨੇ ਕਿਹਾ ਕਿ ਸਿੱਖ ਰਵਾਇਤਾਂ ਤੇ ਇਸ ਦੇ ਵੱਖ-ਵੱਖ ਪਹਿਲੂਆਂ ਦੀ ਖੋਜ ਕਰਨੀ ਅਤੀ ਜ਼ਰੂਰੀ ਹੈ। ਜਿਵੇਂ ਹੁਣ ਆਪਾਂ ਸਿੱਖ ਰਵਾਇਤਾਂ ਦੀ ਗੱਲ ਕਰੀਏ ਕਿ ਹਰ ਜਿਹੜਾ ਹੈਗਾ ਲੋੜਵੰਦ ਦੀ ਅਸੀਂ ਮਦਦ ਕਰਦੇ ਹਾਂ। ਸਾਡੇ ਗੁਰੂ ਘਰਾਂ ਦੇ ਵਿੱਚ ਜਿਹੜੀ ਹੈ ਲੰਗਰ ਪ੍ਰਥਾ ਚੱਲਦੀ ਹੈ, ਗੁਰੂ ਘਰਾਂ ਤੋਂ ਬਾਹਰ ਵੀ ਚੱਲਦੀ ਹੈ। ਉਹਨਾਂ ਥਾਵਾਂ ਦੇ ਉੱਤੇ ਅਸੀਂ ਲੰਗਰ ਮੁਹੱਈਆ ਕਰਵਾਉਣੇ ਜਿੱਥੇ ਆਮ ਬੰਦੇ ਦਾ ਜਾਣਾ ਮੁਸ਼ਕਿਲ ਹੈ। ਪਿਛਲੇ ਸਮੇਂ 'ਚ ਆਪਾਂ ਦੇਖਿਆ ਚਾਹੇ ਰੋਹਿੰਗਿਆ ਸ਼ਰਨਾਰਥੀ ਹੋਣ, ਚਾਹੇ ਸੀਰੀਆ ਵਰਗਾ ਦੁਖਾਂਤ ਹੋਵੇ, ਉਹਨਾਂ ਸਾਰੇ ਥਾਵਾਂ ਤੇ ਆਪਾਂ ਪਹੁੰਚਦੇ ਹਾਂ ਜਿੱਥੇ ਵੀ ਮਤਲਬ ਕਿੰਨਾ ਵੀ ਦੁਖਦਾਇਕ ਸਿਲਸਿਲਾ ਕਿਉਂ ਨਾ ਹੋਵੇ, ਬੰਦੇ ਦੀ ਜਦੋਂ ਹਾਲਤ ਬੜੀ ਮਾੜੀ ਹੁੰਦੀ ਹੈ ਤੇ ਲੰਗਰ ਦੀ ਪ੍ਰਥਾ ਸਾਡੀ ਚੱਲਦੀ ਹੈ। ਇਹਨਾਂ ਨੇ ਕਿਹਾ ਕਿ ਇਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜੀ ਹੈਗੀ ਹੈ ਖੋਜ ਕਰਨੀ ਚਾਹੀਦੀ ਹੈ, ਰਿਸਰਚ ਕਰਨੀ ਚਾਹੀਦੀ ਹੈ ਔਰ ਇਹਨੂੰ ਦਸਤਾਵੇਜ਼ ਦੀ ਰੂਪ ਦੇਣਾ ਚਾਹੀਦਾ ਹੈ। ਇਹ ਠੀਕ ਹੈ ਕਿ ਸਾਡੇ ਕੋਲ ਗੁਰਬਾਣੀ ਹੈ, ਗੁਰੂ ਗ੍ਰੰਥ ਸਾਹਿਬ ਹੈ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਕੁਝ ਜਿਹੜਾ ਹੈਗਾ ਜੋ ਸਿੱਖੀ ਫਲਸਫਾ ਸਾਰਾ ਉਹਦੇ ਵਿੱਚ ਉਹ ਦ੍ਰਿਸ਼ਟਾਂਤ ਹੈ, ਸਾਨੂੰ ਦਿਖਦਾ ਹੈ, ਅਸੀਂ ਸੁਣਦੇ ਹਾਂ, ਪੜ੍ਹਦੇ ਹਾਂ। ਲੇਕਿਨ ਪ੍ਰਧਾਨ ਮੰਤਰੀ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਸਿੱਖ ਰਵਾਇਤ ਹੈ ਇਹਨਾਂ ਦੇ ਉੱਤੇ ਰਿਸਰਚ ਕਰਨੀ ਬਹੁਤ ਜ਼ਰੂਰੀ ਹੈ ਔਰ ਉਹਦੀ ਡਾਕੂਮੈਂਟੇਸ਼ਨ ਕੀਤੀ ਜਾਵੇ, ਇਹਨੂੰ ਫਿਲਮਾਇਆ ਵੀ ਜਾਵੇ ਤਾਂ ਕਿ ਦੁਨੀਆ ਨੂੰ ਇਹ ਪਤਾ ਲੱਗ ਜਾਏ ਕਿ ਇਹ ਅਸਲ ਦੇ ਵਿੱਚ ਇੱਕ ਨਵੇਕਲੀ ਕਿਸਮ ਦਾ ਧਰਮ ਕੀ ਹੈ। ਨਾਲ ਹੀ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਕਿ ਸਾਨੂੰ ਸਾਡੇ ਗੁਰੂ ਸਾਹਿਬ ਨੇ 9ਵੇਂ ਪਾਤਸ਼ਾਹ ਨੇ ਰਾਸ਼ਟਰ ਸੇਵਾ, ਜੀਵ ਸੇਵਾ ਤੋਂ ਇਲਾਵਾ ਬਰਾਬਰੀ, ਸਦਭਾਵਨਾ ਅਤੇ ਤਿਆਗ ਦਾ ਮੰਤਰ ਦਿੱਤਾ ਹੈ। ਆਹ ਗੱਲਾਂ ਜਿਹੜੀਆਂ ਕਹੀਆਂ ਬਰਾਬਰੀ, ਸਦਭਾਵਨਾ ਤੇ ਤਿਆਗ ਅਸੀਂ ਕਰਨਾ ਲੁਕਾਈ ਦੀ ਖਾਤਰ, ਬਰਾਬਰੀ ਅਸੀਂ ਸਭ ਨੂੰ ਬਰਾਬਰ ਸਮਝਣਾ ਹੈ ਔਰ ਨਾਲ ਹੀ ਸਦਭਾਵਨਾ ਜਿਹੜੀ ਹੈ ਪੀਸਫੁਲ ਕੋਐਸਿਸਟੈਂਸ ਜਿਹਨੂੰ ਅਸੀਂ ਕਹਿੰਦੇ ਹਾਂ ਸ਼ਾਂਤਮਈ ਸਹਿਹੋਂਦ, ਇੱਕ ਦੂਜੇ ਨੂੰ ਬਰਦਾਸ਼ਤ ਕਰਨਾ। ਧਰਮ ਦੇ ਨਾਂ ਦੇ ਉੱਤੇ, ਮਜ਼ਹਬ ਦੇ ਨਾਂ ਦੇ ਉੱਤੇ, ਰੰਗ ਦੇ ਨਾਂ ਦੇ ਉੱਤੇ, ਗੋਤ ਦੇ ਨਾਂ ਦੇ ਉੱਤੇ ਕਿਸੇ ਨਾਲ ਧੱਕਾ ਨਾ ਕਰਨਾ। ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਹੈ। ਕਾਸ਼ ਜਿਹੜੀਆਂ ਚੀਜ਼ਾਂ ਦਾ ਉਹਨਾਂ ਨੇ ਜ਼ਿਕਰ ਕੀਤਾ ਹੈ ਇਹਨਾਂ ਚੀਜ਼ਾਂ ਨੂੰ ਉਹ ਆਪਣੇ ਜਿਹੜਾ ਹੈਗਾ ਪ੍ਰਸ਼ਾਸਨਿਕ ਜਿਹੜਾ ਹੈਗਾ ਉਹਨਾਂ ਦੀ ਕੈਪੈਸਿਟੀ ਉਹਦੇ ਵਿੱਚ ਵੀ ਲਾਗੂ ਕਰਨ ਤਾਂ ਫਿਰ ਅਸੀਂ ਮੰਨਾਂਗੇ ਕਿ ਹਾਂ ਵਾਕਈ ਸੱਚਮੁੱਚ ਅਸੀਂ ਗੁਰੂ ਸਾਹਿਬ ਨੂੰ ਜਿਹੜਾ ਹੈਗਾ ਸਮਰਪਿਤ ਹੁੰਦੇ ਹਾਂ। ਕਿਉਂਕਿ ਅਸੀਂ ਪਿਛਲੇ ਸਮੇਂ ਦੇ ਵਿੱਚ ਦੇਖਿਆ ਭਾਰਤ ਦੇ ਵਿੱਚ ਤੁਸੀਂ ਬਹੁਤ ਵੱਡੇ ਪੱਧਰ ਦੇ ਉੱਤੇ ਭੀੜ ਤੰਤਰ ਦੇ ਜ਼ਰੀਏ ਜਿਨ੍ਹਾਂ ਲੋਕਾਂ ਨੂੰ ਅਸੀਂ ਚੰਗਾ ਨਹੀਂ ਸਮਝਦੇ ਉਹਨਾਂ ਦੀ ਕਤਲੋਗਾਰਤ ਵੀ ਹੁੰਦੀ ਰਹੀ ਹੈ, ਉਹਨਾਂ ਦੇ ਕੁੱਟ ਕਟਾਪੇ ਵੀ ਹੁੰਦੇ ਰਹੇ, ਉਹਨਾਂ ਦੀ ਵੱਢ ਟੁੱਕ ਵੀ ਹੁੰਦੀ ਰਹੀ ਹੈ। ਇਹ ਸਾਰੀਆਂ ਚੀਜ਼ਾਂ ਜਦੋਂ ਅਸੀਂ ਦੇਖਦੇ ਹਾਂ ਹੁੰਦੀਆਂ ਤਾਂ ਉਦੋਂ ਫਿਰ ਗੁਰੂ ਸਾਹਿਬ ਵੱਲੋਂ ਦਿੱਤੀ ਹੋਈ ਕੁਰਬਾਨੀ ਯਾਦ ਆਉਂਦੀ ਹੈ। ਇਹ ਕੁਰਬਾਨੀ ਸਿਰਫ ਉਹਨਾਂ ਨੂੰ ਉਹਨਾਂ ਦੇ ਦਿਨ ਤਿੱਥ ਤਿਉਹਾਰ ਆਉਣ ਤੇ ਨਹੀਂ ਯਾਦ ਹੋਣੀ ਚਾਹੀਦੀ, ਸਗੋਂ ਸਾਡੇ ਜੀਵਨ ਦੇ ਵਿੱਚ ਹੋਣੀ ਚਾਹੀਦੀ ਹੈ। ਸਾਡੇ ਜੀਵਨ ਦਾ ਇੱਕ ਹਿੱਸਾ ਹੋਣਾ ਚਾਹੀਦਾ ਕਿ ਅਜਿਹਾ ਕੁਛ ਨਾ ਵਾਪਰੇ ਜਿਹੜਾ ਕੁਛ ਗਲਤ ਹੁੰਦਾ ਵਾਪਰਦਾ ਹੈ। ਤੇ ਨਾਲ ਹੀ ਪ੍ਰਧਾਨ ਮੰਤਰੀ ਨੇ ਇਹ ਗੱਲ ਕਿਹਾ ਕਿ ਗੁਰੂ ਨਾਨਕ ਸਾਹਿਬ ਦੇ 500 ਸਾਲਾ ਪ੍ਰਕਾਸ਼ ਤੋਂ ਬਾਅਦ ਗੁਰੂ ਤੇਗ ਬਹਾਦਰ ਜੀ ਦਾ ਸਾਲ ਹੈ ਜਿਹੜਾ ਉਹ ਸਾਰਾ ਸਾਲ ਸਾਨੂੰ ਅਸੀਂ ਮਨਾਵਾਂਗੇ। ਇਹਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ 937 ਕਰੋੜ ਰੁਪਏ ਦੀ ਪ੍ਰੋਜੈਕਟ ਰਿਪੋਰਟ ਪੇਸ਼ ਕੀਤੀ ਹੈ ਪ੍ਰਧਾਨ ਮੰਤਰੀ ਦੇ ਸਾਹਮਣੇ। ਉਹਨਾਂ ਨੇ ਮੰਗ ਕੀਤੀ ਹੈ ਕਿ ਇਹਨੂੰ ਪ੍ਰਵਾਨਗੀ ਦਿੱਤੀ ਜਾਵੇ, ਪੈਸਾ ਇਹਦੇ ਵਾਸਤੇ ਅਲਾਟ ਕੀਤਾ ਜਾਵੇ। ਉਹਦੇ ਲਈ ਉਹਨਾਂ ਨੇ ਕਿਹਾ ਕਿ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਨਾਲ ਸੰਬੰਧਿਤ ਥਾਂ ਹੈ ਜਿਵੇਂ ਅਨੰਦਪੁਰ ਸਾਹਿਬ ਔਰ ਅੰਮ੍ਰਿਤਸਰ ਸਾਹਿਬ, ਬਾਬਾ ਬਕਾਲਾ, ਅਨੰਦਪੁਰ ਸਾਹਿਬ ਨੂੰ ਸਮਾਰਟ ਸਿਟੀ ਦੇ ਤੌਰ ਦੇ ਉੱਤੇ ਤੇ ਇਹਨਾਂ ਥਾਵਾਂ ਨੂੰ ਸਮਾਰਟ ਸਿਟੀ ਦੇ ਤੌਰ ਦੇ ਉੱਤੇ ਜਿਹੜਾ ਵਿਕਸਿਤ ਕਰਨਾ ਤੇ ਗੁਰੂ ਸਾਹਿਬ ਨਾਲ ਸੰਬੰਧਿਤ ਜਿਹੜੇ 78 ਪਿੰਡ ਹੈ ਜਿੱਥੇ ਜਿੱਥੇ ਗੁਰੂ ਸਾਹਿਬ ਗਏ ਆ ਉਹਨਾਂ ਦੇ ਚਰਨ ਛੋਹ ਪ੍ਰਾਪਤ ਹੋਏ ਹੈ, ਇਹਨਾਂ 78 ਪਿੰਡਾਂ ਦਾ ਜਿਹੜਾ ਹੈਗਾ ਬੁਨਿਆਦੀ ਦੇ ਵਿਕਾਸ ਲਈ ਜਿਹੜਾ ਬੁਨਿਆਦੀ ਢਾਂਚਾ ਉਸਾਰਨਾ, ਉਸ ਬੁਨਿਆਦੀ ਢਾਂਚੇ ਦੇ ਲਈ ਵੀ ਸਾਨੂੰ ਪੈਸੇ ਦੀ ਲੋੜ ਹੈ। ਔਰ ਜਦੋਂ ਅਸੀਂ ਕੌਮੀ ਪੱਧਰ ਦੇ ਉੱਤੇ ਗੁਰੂ ਸਾਹਿਬ ਨੂੰ ਯਾਦ ਕਰ ਰਹੇ ਹਾਂ, ਉਹਨਾਂ ਦਾ ਪ੍ਰਕਾਸ਼ ਉਤਸਵ ਮਨਾ ਰਹੇ ਹਾਂ, 937 ਕਰੋੜ 1000 ਕਰੋੜ ਰੁਪਇਆ ਕੋਈ ਮਾਇਨੇ ਨਹੀਂ ਰੱਖਦਾ ਕਿਉਂਕਿ ਗੁਰੂ ਸਾਹਿਬ ਭਾਵੇਂ ਤੁਰੇ ਪੰਜਾਬ ਦੇ ਵਿੱਚੋਂ ਸੀ, ਉਹਨਾਂ ਨੇ ਕੁਰਬਾਨੀ ਜਾ ਕੇ ਦਿੱਲੀ ਦਿੱਤੀ, ਉਹਨਾਂ ਨੇ ਆਪਣੀ ਖਾਤਰ ਨਹੀਂ ਦਿੱਤੀ, ਆਪਣੇ ਸੂਬੇ ਦੀ ਖਾਤਰ ਨਹੀਂ ਦਿੱਤੀ, ਸਗੋਂ ਉਹਨਾਂ ਨੇ ਮਨੁੱਖਤਾ ਦੀ ਖਾਤਰ ਕੁਰਬਾਨੀ ਦਿੱਤੀ ਸੀ। ਸੋ ਇਹ ਸਾਡੇ ਜਿਹੜੇ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਹੈ, ਇਹ ਮਨੁੱਖਤਾ ਦੇ ਇੱਕ ਅਜਿਹੇ ਗੁਰੂ ਹੈ ਜਿਨ੍ਹਾਂ ਨੂੰ ਯਾਦ ਕਰਨਾ, ਜਿਨ੍ਹਾਂ ਦੀ ਯਾਦ ਨੂੰ ਸੰਭਾਲ ਕੇ ਰੱਖਣਾ ਸਾਡਾ ਸਭ ਦਾ ਫਰਜ਼ ਹੈ। ਔਰ ਇਸ ਮੌਕੇ ਦੇ ਉੱਤੇ ਕਿਉਂਕਿ ਉਹਨਾਂ ਦਾ 400 ਸਾਲਾ ਪ੍ਰਕਾਸ਼ ਉਤਸਵ ਹੈ, ਜੇ ਭਾਰਤ ਸਰਕਾਰ ਖੁੱਲ੍ਹ ਦਿਲੀ ਦੇ ਨਾਲ ਮਦਦ ਕਰਦੀ ਹੈ ਪੰਜਾਬ ਦੀ, ਜਿਵੇਂ ਪੰਜਾਬ ਦੇ ਮੁੱਖ ਮੰਤਰੀ ਨੇ ਮੰਗ ਕੀਤੀ ਹੈ ਕਿ ਉਹਨਾਂ ਥਾਵਾਂ ਨੂੰ ਵਿਕਸਿਤ ਕੀਤਾ ਜਾਵੇ, ਤੇ ਮੇਰੇ ਖਿਆਲ ਹੈ ਵੀ ਹੋਰਾਂ ਕਦਮਾਂ ਦੇ ਨਾਲ ਨਾਲ ਇਹ ਵੀ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਦਾ ਇੱਕ ਬਹੁਤ ਵਧੀਆ ਜਿਹੜਾ ਹੈਗਾ ਮੌਕਾ ਹੋਊਗਾ ਜੀ। ਢਿੱਲੋਂ ਸਾਹਿਬ, ਥੋੜੀ ਜਿਹੀ ਗੱਲਬਾਤ ਆਪਾਂ ਪੰਜਾਬ ਦੀ ਰਾਜਨੀਤੀ ਦੀ ਵੀ ਕਰ ਲਈਏ। ਦੇਖੋ, ਦੋ ਪਾਰਟੀਆਂ, ਕਦੇ ਅਕਾਲੀ ਆ ਜਾਂਦੇ ਆ, ਕਦੇ ਕਾਂਗਰਸੀ ਆ ਜਾਂਦੇ ਆ। ਪਿਛਲੀ ਵਾਰੀ ਥੋੜੀ ਜਿਹੀ
ਉਮੀਦ ਬਣੀ ਸੀ ਕਿ ਆਮ ਆਦਮੀ ਪਾਰਟੀ ਆਵੇਗੀ, ਪਰ ਆਮ ਆਦਮੀ ਪਾਰਟੀ ਦੇ ਕਾਟੋ ਕਲੇਸ਼ ਨੇ ਉਹ ਵੀ ਜਿਹੜਾ ਲੋਕਾਂ ਦੀਆਂ ਉਮੀਦਾਂ ਤੇ ਖਰੀ ਨਹੀਂ ਉਤਰ ਸਕੀ। ਉਸ ਤੋਂ ਬਾਅਦ ਤੀਜਾ ਫਰੰਟ ਬਣਿਆ MP ਦੀਆਂ ਇਲੈਕਸ਼ਨਾਂ ਵੇਲੇ। ਇਸ ਵਾਰ ਫਿਰ ਆਮ ਤੌਰ ਤੇ ਜਿਹੜੇ ਆਮ ਪਬਲਿਕ ਆ ਉਹ ਵੀ ਇਹ ਚਾਹੁੰਦੇ ਆ ਕਿ ਕੋਈ ਨਾ ਕੋਈ ਬਦਲਾਅ ਆਵੇ ਜ਼ਰੂਰ। ਆਮ ਆਦਮੀ ਪਾਰਟੀ ਦੇ ਵਿੱਚ ਵੀ ਹਜੇ ਉਹੀ ਸਭ ਕੁਝ ਚੱਲ ਰਿਹਾ। ਲੋਕਾਂ ਦੀ ਕੋਸ਼ਿਸ਼ ਇਹ ਆ ਕਿ ਬਹੁਤ ਸਾਰੇ ਜਿਹੜੇ ਦਿੱਗਜ ਨੇਤਾ ਨੇ ਜਿਹੜੇ ਕਿ ਭੁੱਲੇ ਭਟਕੇ ਜੇ ਫਿਰਦੇ ਨੇ, ਪਾਰਟੀਆਂ ਦੇ ਵਿੱਚੋਂ ਕੱਢੇ ਗਏ ਨੇ ਜਾਂ ਉਹ ਆਪ ਪਾਰਟੀ ਛੱਡ ਗਏ ਨੇ। ਕੁਝ ਚੰਗੇ ਨੇਤਾ ਹੈਗੇ ਨੇ, ਨਵਜੋਤ ਸਿੱਧੂ ਵਰਗਿਆਂ ਦਾ ਵੀ ਨਾਮ ਲੈ ਜਾਂਦੇ ਨੇ, ਸੁਖਪਾਲ ਖਹਿਰੇ ਵਰਗਿਆਂ ਦੇ ਵੀ ਨਾਮ ਲੈ ਜਾਂਦੇ ਨੇ, ਧਰਮਵੀਰ ਗਾਂਧੀ ਹੋਣਾ ਦਾ ਨਾਮ ਲਿਆ ਜਾਂਦਾ ਕਿ ਜੇ ਸਾਰੇ ਜਾਣੇ ਇਕੱਠੇ ਹੋ ਕੇ ਇੱਕ ਚੌਥਾ ਫਰੰਟ ਬਣਾ ਲੈਣ, ਆਮ ਆਦਮੀ ਪਾਰਟੀ ਭਾਵੇਂ ਰਲ ਜਾਵੇ, ਜੇ ਹੋਰ ਇੱਕਾ ਦੁੱਕਾ ਪਾਰਟੀਆਂ ਜਿਹੜੀਆਂ ਛੋਟੀਆਂ ਡੈਮੋਕ੍ਰੇਟਿਕ ਦੀ ਗੱਲ ਕਰ ਲਈਏ, ਇਹ ਸਾਰੇ ਰਲ ਜਾਣ ਤਾਂ ਹੋ ਸਕਦਾ ਕੁਝ ਨਾ ਕੁਝ ਲੈ ਡਿੱਗਣਗੇ ਇਹ। ਹੁਣ ਪਿੱਛੇ ਜੇ ਇੱਕ ਮੀਟਿੰਗ ਹੋਈ ਸੀਗੀ ਮੇਰੇ ਖਿਆਲ 'ਚ ਥੋੜ੍ਹੇ ਦਿਨ ਪਹਿਲਾਂ ਹੀ, ਡੈਮੋਕ੍ਰੇਟਿਕ ਜਿਹੜਾ ਫਰੰਟ ਬਣਿਆ ਅਕਾਲੀ ਦਲ ਦਾ, ਢੀਂਡਸਾ ਸਾਹਿਬ ਹੋਣਾ ਦਾ ਅਤੇ ਆਮ ਆਦਮੀ ਪਾਰਟੀ ਦਾ, ਇਹਨਾਂ 'ਚ ਸਮਝੌਤੇ ਦੀ ਗੱਲ ਚੱਲ ਰਹੀ ਸੀ, ਚੌਥਾ ਫਰੰਟ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ। ਪਰ ਸੁਣਿਆ ਜਾ ਰਿਹਾ ਕਿ ਕੁਝ ਖਬਰਾਂ ਇੱਦਾਂ ਦੀਆਂ ਆਈਆਂ ਕਿ ਉਹ ਬਣਨ ਤੋਂ ਪਹਿਲਾਂ ਹੀ ਉਹਦੇ ਵਿੱਚ ਥੋੜ੍ਹੀਆਂ ਬਹੁਤੀਆਂ ਤਰੇੜਾਂ ਆ ਗਈਆਂ। ਤੁਹਾਡੇ ਕੋਲ ਕੀ ਜਾਣਕਾਰੀ ਹੈ ਇਸ ਸੰਬੰਧ 'ਚ? ਦੇਖੋ, ਗੱਲ ਇਹ ਚਮਕੌਰ ਜੀ, ਜਦੋਂ ਆਪਾਂ ਗੱਲ ਕਰਦੇ ਨਾ ਪੰਜਾਬ ਦੇ ਮਾਹੌਲ ਦੀ, ਤੁਸੀਂ ਇਹ ਟਾਈਮ ਦੇਖੋ ਜਦੋਂ 2017 ਚ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ, 100 ਸਾਲਾਂ ਦਾ ਅਕਾਲੀ ਦਲ ਦਾ ਜਿਹੜਾ ਇਤਿਹਾਸ ਹੈ, ਅਕਾਲੀ ਦਲ ਉਸ ਇਤਿਹਾਸ ਦੇ ਸਭ ਤੋਂ ਹੇਠਲੇ ਦਰਜੇ ਤੇ ਆ ਗਿਆ ਸੀ। ਜਦੋਂ ਸਰਕਾਰ ਬਣਾਉਣੀ ਤਾਂ ਦੂਰ ਦੀ ਗੱਲ, ਆਪੋਜੀਸ਼ਨ ਦਾ ਰੁਤਬਾ ਵੀ ਅਕਾਲੀ ਦਲ ਕੋਲੇ ਨਹੀਂ ਸੀ ਰਿਹਾ, ਉਹ ਰੁਤਬਾ ਚਲਾ ਗਿਆ ਸੀ ਆਮ ਆਦਮੀ ਪਾਰਟੀ ਕੋਲੇ। ਆਮ ਆਦਮੀ ਪਾਰਟੀ ਨੇ ਸੁਪਨਾ ਇਹ ਸੰਜੋਇਆ ਸੀ ਕਿ ਅਸੀਂ ਇੱਥੇ ਸਰਕਾਰ ਬਣਾਵਾਂਗੇ। ਲੋਕਾਂ ਦਾ ਉਤਸ਼ਾਹ ਵੀ ਉਹਨਾਂ ਨੂੰ ਬਹੁਤ ਜ਼ਿਆਦਾ ਸੀ, ਲੋਕਾਂ ਨੇ ਦਿਲ ਖੋਲ ਕੇ ਮਦਦ ਦਿੱਤੀ, ਖਾਸ ਕਰਕੇ ਜਿਹੜੇ ਪ੍ਰਵਾਸੀ ਪੰਜਾਬੀ ਭਾਈਚਾਰਾ ਉਹਨਾਂ ਨੇ ਬਹੁਤ ਵੱਡੇ ਪੱਧਰ ਤੇ ਤੁਹਾਨੂੰ ਮਦਦ ਦਿੱਤੀ, ਵੋਟਾਂ ਦੇ ਰੂਪ ਦੇ ਵਿੱਚ ਵੀ ਲੋਕਾਂ ਨੂੰ ਕਨਵਿੰਸ ਕੀਤਾ ਤੇ ਮਾਇਆ ਵੀ ਖੁੱਲੇ ਦਿਲ ਨਾਲ ਦਿੱਤੀ ਸੀ। ਲੇਕਿਨ ਕੁਛ ਤਾਂ ਉਹਨਾਂ ਦਾ ਆਪਣਾ ਕਾਟੋ ਕਲੇਸ਼, ਜਿਵੇਂ ਕਿ ਤੁਸੀਂ ਕਿਹਾ, ਤੇ ਕੁਛ ਜਿਹੜੀ ਹੈਗੀ ਹੈ ਉਹਨਾਂ ਦਾ ਕੁਚੱਜ, ਕਿਉਂਕਿ ਦਿਮਾਗ ਉਹਨਾਂ ਦਾ ਇੰਨਾ ਜ਼ਿਆਦਾ ਖਰਾਬ ਹੋ ਗਿਆ ਸੀ ਕਿ ਸਰਕਾਰ ਤਾਂ ਸਾਡੀ ਬਣ ਗਈ। ਜਿੱਥੇ ਕਿਤੇ ਉਹਨਾਂ ਨੇ ਮੀਡੀਆ ਨਾਲ ਗੱਲ ਕਰਨੀ ਹੈ, ਜੇ ਮੀਡੀਆ ਵਾਲਿਆਂ ਨੇ ਕੋਈ ਤਿੱਖਾ ਸਵਾਲ ਪੁੱਛ ਲਿਆ ਤੇ ਉਹਨੂੰ ਅਲੀਲੀ ਕਰਕੇ ਪੈ ਜਾਂਦੇ ਸੀ। ਹਰ ਕਿਸੇ ਨੂੰ ਬੇਇੱਜ਼ਤ ਕਰ ਰਹੇ। ਔਰ ਉਹ ਤੋਂ ਬਾਅਦ ਜਿਹੜਾ ਪੰਜਾਬ ਦੇ ਜਿਹੜੇ ਹੈਗੇ ਪੰਜਾਬ ਦੀ ਗੈਰਤ ਦੇ ਨਾਲ ਜਿਸ ਕਿਸਮ ਦਾ ਖਿਲਵਾੜ ਹੋਇਆ, ਸਾਥੋਂ ਭੁੱਲੀ ਨਹੀਂ ਗੱਲ ਸਭ ਦੇ ਸਾਹਮਣੇ। ਨਤੀਜਾ ਆ ਕੇ ਬਣਾਉਂਦੇ ਸੀ ਸਰਕਾਰ, ਪਰ ਸਰਕਾਰ ਨਹੀਂ ਬਣ ਸਕੀ, ਉਹਨਾਂ ਦੇ ਕੋਲੇ ਆ ਗਿਆ ਆਪੋਜੀਸ਼ਨ ਦਾ ਰੁਤਬਾ। ਬਾਅਦ ਦੇ ਵਿੱਚ ਕੀ ਹੁੰਦਾ ਹੈ ਕਿ ਅਕਾਲੀ ਦਲ ਦੇ ਵਿੱਚ ਘੁਸਰ ਮੁਸਰ ਹੋਣ ਲੱਗ ਗਈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਦੇ ਵਿੱਚ ਅਕਾਲੀ ਦਲ ਇੰਨਾ ਡਾਊਨ ਕਿਉਂ ਆ ਗਿਆ। ਇਹਦੇ ਉੱਤੇ ਫਿਰ ਉਹਨਾਂ ਘਟਨਾਵਾਂ ਨੂੰ ਨਜਿੱਠਣ ਵਾਸਤੇ ਸਰਕਾਰ ਨੂੰ ਜੋ ਕੁਝ ਕਰਨਾ ਚਾਹੀਦਾ ਸੀ ਉਹ ਕਰਨ ਦੇ ਵਿੱਚ ਸਰਕਾਰ ਅਸਮਰੱਥ ਰਹੀ ਹੈ। ਇਲਜ਼ਾਮ ਇਹ ਵੀ ਲੱਗਣ ਲੱਗ ਗਏ ਸੀ ਕਿ ਕੋਈ ਡੇਰਾ ਸੱਚਾ ਸੌਦਾ ਵਾਲੇ ਦੀਆਂ ਵੋਟਾਂ ਲੈਣ ਵਾਸਤੇ ਸਰਦਾਰ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਉਹਨਾਂ ਪ੍ਰਤੀ ਜਿਹੜਾ ਨਰਮ ਗੋਸ਼ਾ ਸੀ, ਉਹਨਾਂ ਪ੍ਰਤੀ ਜਿਹੜੀ ਹੈਗੀ ਹੈ ਉਹਨਾਂ ਦੀ ਅਪਰੋਚ ਹੈ ਜਿਹੜੀ ਉਹ ਲਿਹਾਜ਼ੂ ਸੀ। ਇਹਦਾ ਕਰਕੇ ਵੀ ਇੰਨੀ ਭੈੜੀ ਹਾਲਤ ਹੋਈ ਹੈ ਤੇ ਇਹ ਲੀਡਰਸ਼ਿਪ ਜਿਹੜੀ ਹੈ ਸਾਨੂੰ ਪ੍ਰਵਾਨ ਨਹੀਂ। ਉਦੋਂ ਅਕਾਲੀ ਦਲ ਦੀ ਜਿਹੜੀ ਮੀਟਿੰਗ ਹੋਈ ਸੀ, ਉਸ ਮੀਟਿੰਗ ਦੇ ਵਿੱਚ ਸਰਦਾਰ ਰਣਜੀਤ ਸਿੰਘ ਬਰਮਪੁਰਾ, ਰਤਨ ਸਿੰਘ ਅਜਨਾਲਾ ਵਗੈਰਾ ਇਹਨਾਂ ਨੇ ਇਹ ਮੁੱਦਾ ਉਠਾਇਆ ਸੀ। ਬਾਦਲ ਸਾਹਿਬ ਨੂੰ ਕਿਹਾ ਸੀ ਜੀ ਬਾਦਲ ਸਾਹਿਬ ਕਮਾਂਡ ਤੁਸੀਂ ਆਪ ਸੰਭਾਲ ਲਓ ਅਕਾਲੀ ਦਲ ਦੀ, ਕਾਕਾ ਜੀ ਦੇ ਵਾਸਤਾ ਰੂਪ ਦੀ। ਪਰ ਕਿਉਂਕਿ ਉਦੋਂ ਤੱਕ ਪਾਣੀ ਬਹੁਤ ਉੱਪਰ ਟੱਪ ਗਿਆ ਸੀ, ਕਾਕਾ ਜੀ ਦੀ ਕਮਾਂਡ ਸਾਰੀ ਸੰਭਾਲੀ ਹੋਈ ਸੀ ਤੇ ਉਹਨਾਂ ਦੀ ਗੱਲ ਨਾ ਬਣੀ। ਤਾਂ ਸਭ ਤੋਂ ਪਹਿਲਾਂ ਤੁਸੀਂ ਦੇਖਿਆ ਹੋਣਾ 2019 ਦੀਆਂ ਚੋਣਾਂ ਤੋਂ ਪਹਿਲਾਂ ਇੱਕ ਰਣਜੀਤ ਸਿੰਘ ਬਰਮਪੁਰਾ, ਸੇਵਾ ਸਿੰਘ ਸੇਖਵਾ ਔਰ ਡਾਕਟਰ ਰਤਨ ਸਿੰਘ ਅਜਨਾਲਾ ਇਹ ਬਾਹਰ ਆਉਂਦੇ ਤੇ ਇਹਨਾਂ ਨੇ ਆ ਕੇ ਆਪਣਾ ਇੱਕ ਟਕਸਾਲੀ ਅਕਾਲੀ ਦਲ ਬਣਾਇਆ ਸੀ। ਉਹ ਟਕਸਾਲੀ ਅਕਾਲੀ ਦਲ ਬਣਾ ਕੇ ਇਹਨਾਂ ਨੇ ਇੱਕ ਤੀਜਾ ਫਰੰਟ ਬਣਾਇਆ ਸੀ। ਤੀਜੇ ਫਰੰਟ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਵੀ ਸੀ, ਧਰਮਵੀਰ ਗਾਂਧੀ ਵੀ ਸੀ ਔਰ ਉਹਦੇ ਵਿੱਚ ਖੱਬੇ ਪੱਖੀ ਪਾਰਟੀਆਂ ਵੀ ਸੀ। ਗੱਲਬਾਤ ਬਹੁਜਨ ਸਮਾਜ ਪਾਰਟੀ ਨਾਲ ਵੀ ਹੋ ਗਈ ਸੀ, ਲੇਕਿਨ ਬਹੁਜਨ ਸਮਾਜ ਪਾਰਟੀ ਦੇ ਨਾਲ ਵੀ ਕੁਝ ਇੱਕ ਮਾਮਲੇ ਦੇ ਉੱਤੇ ਆ ਕੇ ਮਤਭੇਦ ਹੋ ਗਈ ਸੀ ਤੇ ਉਹ ਇਹਨਾਂ ਦੀ ਗੱਲ ਜਿਹੜੀ ਅਮਲੀ ਰੂਪ ਦੇ ਵਿੱਚ ਸਿਰੇ ਨਹੀਂ ਸੀ ਚੜੀ। ਫਿਰ ਬਾਅਦ ਦੇ ਵਿੱਚ ਸਰਦਾਰ ਸੁਖਦੇਵ ਸਿੰਘ ਢੀਂਡਸਾ ਜਿਹੜੇ ਹੈਗੇ ਜੀ ਅਕਾਲੀ ਦਲ ਚੋਂ, ਉਹ ਬਾਹਰ ਆ ਜਾਂਦੇ। ਉਹਨਾਂ ਦੇ ਅਕਾਲੀ ਦਲ ਚ ਬਾਹਰ ਆਉਣ ਤੋਂ ਬਾਅਦ ਇਹ ਹੋ ਗਿਆ ਸੀ ਕਿ ਇਹ ਮਿਲ ਕੇ ਇੱਕ ਆਪਣੀ ਪਾਰਟੀ ਬਣਾਉਣਗੇ। ਲੇਕਿਨ ਸੁਖਦੇਵ ਸਿੰਘ ਢੀਂਡਸਾ ਹੋਰਾਂ ਨੇ ਜਦੋਂ ਆਪਣਾ ਅਕਾਲੀ ਦਲ ਬਣਾ ਲਿਆ, ਡੈਮੋਕ੍ਰੇਟਿਕ ਅਕਾਲੀ ਦਲ, ਤਾਂ ਉਸ ਵੇਲੇ ਜਿਹੜੇ ਇਹਨਾਂ ਦੇ ਮਤਭੇਦ ਕਾਫੀ ਵੱਧ ਗਏ ਸੀ। ਸਰਦਾਰ ਰਣਜੀਤ ਸਿੰਘ ਬਰਮਪੁਰਾ ਹੋਰੀ ਵਾਪਸ ਜਿਹੜੇ ਹੈਗੇ ਆ ਉਹਨਾਂ ਨੇ ਆਪਣਾ ਟਕਸਾਲੀ ਅਕਾਲੀ ਦਲ ਕਹਿੰਦੇ ਜੀ ਸਥਾਪਨਾ ਇਹੀ ਰੱਖਾਂਗੇ। ਡਾਕਟਰ ਰਤਨ ਸਿੰਘ ਅਜਨਾਲਾ ਦਾ ਬੇਟਾ ਬੋਨੀ ਅਜਨਾਲਾ ਜਿਹੜਾ ਹੈਗਾ ਜੀ ਉਹ ਵਾਪਸ ਘਰ ਵਾਪਸੀ ਕਰ ਗਿਆ, ਅਕਾਲੀ ਦਲ ਚਲਾ ਗਿਆ। ਰਤਨ ਸਿੰਘ ਅਜਨਾਲਾ ਹੋਰੀ ਆਪਣੇ ਘਰ ਬੈਠੇ ਹੈ। ਹੁਣ ਫੇਰ ਇਹ ਯਤਨ ਹੋਏ ਸੀਗੇ ਕਿ ਇਹਨਾਂ ਦੋਨਾਂ ਅਕਾਲੀ ਦਲਾਂ ਦਾ ਏਕੀਕਰਨ ਕੀਤਾ ਜਾਵੇ। ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਜਿਹੜੀਆਂ ਮੀਟਿੰਗਾਂ ਵੀ ਹੁੰਦੀਆਂ ਰਹੀਆਂ, ਖਬਰਾਂ ਵੀ ਆਉਂਦੀਆਂ ਰਹੀਆਂ ਕਿ ਇਹ ਅਕਾਲੀ ਦਲ ਦੀ ਯੂਨਿਟੀ ਵਾਲੀ ਗੱਲ ਬਣਦੀ ਹੈ।
ਫਿਰ ਇਹ ਸੀ ਕਿ ਜਿਹੜੇ ਹਮ ਖਿਆਲ ਲੋਕ ਹੈ ਉਹਨਾਂ ਨੂੰ ਨਾਲ ਲੈ ਕੇ ਤੁਰਿਆ ਜਾਵੇ। ਇਸੇ ਸਮੇਂ ਦੌਰਾਨ ਆਮ ਆਦਮੀ ਪਾਰਟੀ ਹੈ ਜਿਹੜੀ ਪੰਜਾਬ ਦੇ ਵਿੱਚ ਉਹ ਵੀ ਕਾਫੀ ਹਰਕਤ ਦੇ ਵਿੱਚ ਹੈ। ਕਿਸਾਨੀ ਮੰਗਾਂ ਨੂੰ ਲੈ ਕੇ ਬਾਘਾ ਪੁਰਾਣਾ ਦੇ ਵਿੱਚ ਇੱਕ ਵੱਡੀ ਰੈਲੀ ਵੀ ਹੋ ਚੁੱਕੀ ਹੈ। ਅਰਵਿੰਦ ਕੇਜਰੀਵਾਲ ਹੁਣੀ ਉਹਦੇ 'ਚ ਆਏ ਸੀ। ਅੰਦਰ ਖਾਤੇ ਜਿਹੜੀ ਹੈਗੀ ਹੈ ਗੱਲਬਾਤ ਚੱਲਦੀ ਸੀ। ਮੀਟਿੰਗਾਂ ਦਾ ਸਿਲਸਿਲਾ ਪਹਿਲਾਂ ਵੀ ਜਾਰੀ ਸੀ, ਲੇਕਿਨ ਜਿਹੜੀ ਮੀਟਿੰਗ ਦਾ ਆਪਾਂ ਹੁਣ ਜ਼ਿਕਰ ਕਰ ਰਹੇ ਹਾਂ ਉਹ ਕੱਲ ਹੋਈ ਹੈ। ਕੱਲ ਉਹ ਮੀਟਿੰਗ ਹੁੰਦੀ ਹੈ ਪਰਮਿੰਦਰ ਸਿੰਘ ਢੀਂਡਸਾ ਦੀ, ਜਿਹੜੀ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਇੰਚਾਰਜ ਹੈ, ਦਿੱਲੀੋਂ ਆਏ ਹੋਏ ਆ MLA ਦਿੱਲੀ ਦੇ ਸਰਦਾਰ ਜਰਨੈਲ ਸਿੰਘ, ਉਹ ਇੰਚਾਰਜ ਹੈ, ਤੇ ਸਹਿ ਇੰਚਾਰਜ ਹੈਗੇ ਰਾਘਵ ਚੱਡਾ। ਉਹ ਦੋਨੇ ਇੱਧਰ ਆਏ ਹੋਏ ਸੀ ਤੇ ਉਹਨਾਂ ਨਾਲ ਮੁਲਾਕਾਤ ਹੋਈ। ਮੁਲਾਕਾਤ ਹੋਣ ਤੋਂ ਬਾਅਦ ਫਿਰ ਸਰਦਾਰ ਸੁਖਦੇਵ ਸਿੰਘ ਢੀਂਡਸਾ ਵੀ ਉਹਨਾਂ ਨੂੰ ਮਿਲਦੇ ਹੈ, ਚਾਹ ਪਾਣੀ ਦੀ ਸਾਂਝ ਪੈਂਦੀ ਹੈ, ਗੱਲਾਂ ਬਾਤਾਂ ਕਰਦੇ ਹੈ। ਬਾਅਦ ਦੇ ਵਿੱਚ ਆ ਕੇ ਜਦੋਂ ਮੀਡੀਆ ਨੂੰ ਪਤਾ ਲੱਗਿਆ ਕਿ ਇਹਨਾਂ ਦੀ ਆਪਸ ਵਿੱਚ ਮੁਲਾਕਾਤ ਹੋਈ ਹੈ ਤਾਂ ਪਰਮਿੰਦਰ ਸਿੰਘ ਢੀਂਡਸਾ ਨੂੰ ਮੀਡੀਆ ਨੇ ਸਵਾਲ ਕਰਤਾ ਕਿ ਤੁਹਾਡਾ ਕੀ ਬਣ ਰਿਹਾ? ਤਾਂ ਪਰਮਿੰਦਰ ਸਿੰਘ ਢੀਂਡਸਾ ਨੇ ਕਹਿ ਦਿੱਤਾ ਜੀ ਅਸੀਂ ਗੱਠਜੋੜ ਕਰ ਰਹੇ ਹਾਂ 2022 ਦੀਆਂ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨਾਲ। ਉਹਨਾਂ ਨੇ ਕਿਹਾ ਕਿ ਸਾਡੀ ਗੱਲਬਾਤ ਜਿਹੜੀ ਹੈਗੀ ਹੈ ਪਹਿਲੀ ਉਹਨੇ ਸ਼ੁਰੂਆਤ ਕੀਤੀ ਆਮ ਆਦਮੀ ਪਾਰਟੀ ਤੋਂ, ਕਿ ਕਈ ਵਾਰੀ ਰਾਜਸੀ ਵਿਰੋਧ ਦੇ ਚੱਲਦੇ ਅਸੀਂ ਇੱਕ ਦੂਜੇ ਦੇ ਖਿਲਾਫ ਇਲੈਕਸ਼ਨਾਂ ਲੜ ਲੈਣੇ, ਕੋਈ ਖਾਸ ਗੱਲ ਨਹੀਂ, ਲੇਕਿਨ ਭਗਵੰਤ ਸਿੰਘ ਮਾਨ ਜਿਹੜੇ ਹੈਗੇ ਉਹ ਮੇਰੇ ਭਰਾ ਵਰਗੇ ਹੈ, ਉਹ ਮੇਰੇ ਭਰਾ ਹੈ। ਭਗਵੰਤ ਸਿੰਘ ਮਾਨ ਤੁਹਾਨੂੰ ਪਤਾ ਵੀ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਵੀ ਹੈ, ਔਰ ਪ੍ਰਧਾਨ ਤੋਂ ਇਲਾਵਾ ਪਾਰਲੀਮੈਂਟ ਦੇ ਮੈਂਬਰ ਵੀ ਹੈ, ਸਰਵਾ ਪੰਜਾਬ ਦੇ ਵਿੱਚ ਉਹੀ ਹੈ। ਉਹਨਾਂ ਨੇ ਕਿਹਾ ਕਿ ਉਹਨਾਂ ਨਾਲ ਮੇਰੇ ਬਹੁਤ ਵਧੀਆ ਤਾਲੁਕਾਤ ਹੈ, ਅਸੀਂ ਭਰਾ ਹਾਂ ਆਪਸ ਵਿੱਚ। ਤੇ ਅਗਲੀ ਗੱਲ ਉਹਨਾਂ ਨੇ ਕਿਹਾ ਕਿ 2022 ਵਾਲੀਆਂ ਚੋਣਾਂ ਅਸੀਂ ਮਿਲ ਕੇ ਲੜਨੀਆਂ, ਉਹਦੇ ਵਿੱਚ ਸਾਡੀ ਗੱਲਬਾਤ ਬਹੁਜਨ ਸਮਾਜ ਪਾਰਟੀ ਨਾਲ ਵੀ ਚੱਲ ਰਹੀ ਹੈ। ਸਾਡੀ ਗੱਲਬਾਤ ਜਿਹੜੀ ਹੈਗੀ ਹੈ ਉਹ ਕਹਿੰਦਾ ਮੇਰੀ ਗੱਲਬਾਤ ਸੁਖਪਾਲ ਸਿੰਘ ਖਹਿਰਾ ਨਾਲ ਵੀ ਹੋ ਗਈ ਹੈ, ਦੂਜੇ ਕੁਝ ਲੋਕਾਂ ਨਾਲ ਵੀ ਹੋ ਗਈ ਹੈ। ਉਹਨਾਂ ਨੇ ਅਜੇ ਇੰਨੀ ਗੱਲ ਕਹੀ ਸੀ ਤੇ ਇਹ ਖਬਰ ਨਸ਼ਰ ਹੁੰਦੀ ਹੈ ਤੇ ਫਿਰ ਨਾਲ ਦੀ ਨਾਲ ਹੀ TV ਚੈਨਲਾਂ ਤੇ ਇੱਕ ਹੋਰ ਖਬਰ ਆਉਣੀ ਸ਼ੁਰੂ ਹੋ ਜਾਂਦੀ ਹੈ। ਉਹ ਖਬਰ ਹੈ ਵਿਰੋਧੀ ਧਿਰ ਦੇ ਆਗੂ ਸਰਦਾਰ ਹਰਪਾਲ ਸਿੰਘ ਚੀਮਾ ਦੇ ਬਿਆਨ ਦੀ। ਹਰਪਾਲ ਸਿੰਘ ਚੀਮਾ ਹੋਰੀ ਆਉਂਦੇ ਮਾਈਕ ਦੇ ਸਾਹਮਣੇ ਔਰ ਉਹ ਕਹਿੰਦੇ ਆ ਕਿ ਮੀਟਿੰਗ ਜ਼ਰੂਰ ਹੋਈ ਹੈ, ਲੇਕਿਨ ਇਹ ਮੀਟਿੰਗ ਚੋਣ ਗੱਠਜੋੜ ਕਰਨ ਵਾਸਤੇ ਨਹੀਂ ਹੋਈ, ਸਗੋਂ ਇਹ ਮੀਟਿੰਗ ਤਾਂ ਇਹ ਹੋਈ ਹੈ ਕਿ ਸੁਖਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਸਿੰਘ ਢੀਂਡਸਾ ਦੋਨੇ ਬਾਪ ਬੇਟਾ ਆਪਣੇ ਅਕਾਲੀ ਦਲ ਨੂੰ ਲੈ ਕੇ ਸਾਡੀ ਪਾਰਟੀ 'ਚ ਸ਼ਾਮਲ ਹੋ ਰਹੇ ਹੈ, ਆਮ ਆਦਮੀ ਪਾਰਟੀ ਸ਼ਾਮਲ ਹੋ ਰਿਹਾ। ਗੱਠਜੋੜ ਦੀ ਗੱਲ ਕੋਈ ਨਹੀਂ ਹੋਈ। ਉਹਨਾਂ ਨੇ ਜਿਹੜੀ ਥੱਲੜੇ ਵਾਲੀ ਗੱਲ ਪਰਮਿੰਦਰ ਢੀਂਡਸਾ ਨੇ ਜਿਹੜੀ ਗੱਲ ਕਹੀ ਸੀ ਉਹਦੇ ਤੇ ਪਾਣੀ ਫੇਰਤਾ ਕਿ ਇਹ ਸਾਡੇ ਵਿੱਚ ਆਉਣ ਨੂੰ ਤਿਆਰ ਹੈ, ਲੇਕਿਨ ਬਾਅਦ ਦੇ ਵਿੱਚ ਜਦੋਂ ਵੱਡਾ ਸੀਨੀਅਰ ਢੀਂਡਸਾ ਨੂੰ ਪੁੱਛਿਆ ਗਿਆ ਉਹ ਕਹਿੰਦੇ ਅਸੀਂ ਕਿਉਂ ਜਾਵਾਂਗੇ ਕਿਸੇ ਪਾਰਟੀ 'ਚ, ਸਾਡੇ ਕੋਲੇ ਆਪਦੀ ਪਾਰਟੀ, ਅਸੀਂ ਇਸ ਪਾਰਟੀ ਨੂੰ ਮਜ਼ਬੂਤ ਕਰਨ ਉੱਤੇ ਲੱਗੇ ਹੋਏ, ਸਾਡੀ ਪਾਰਟੀ ਮਜ਼ਬੂਤ ਹੋ ਰਹੀ ਹੈ, ਅਸੀਂ ਅਗਲੀਆਂ ਚੋਣਾਂ ਵੀ ਲੜਨੀਆਂ, ਸ਼੍ਰੋਮਣੀ ਕਮੇਟੀ ਦੀਆਂ ਵੀ ਲੜਨੀਆਂ, ਹੋਰ ਵੀ ਲੜਨੀਆਂ, ਅਸੀਂ ਤਾਂ ਸਿਰਫ ਤੇ ਸਿਰਫ ਚੋਣ ਗੱਠਜੋੜ ਕਰ ਰਹੇ। ਸੋ ਜਿਵੇਂ ਕਿ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਪਹਿਲਾਂ ਤੀਜਾ ਗੱਠਜੋੜ ਬਣ ਗਿਆ ਸੀ, ਤੀਜੇ ਗੱਠਜੋੜ ਦੇ ਵਿੱਚ ਇਹ ਸਾਰੀਆਂ ਪਾਰਟੀਆਂ ਆ ਗਈਆਂ ਸੀ। ਹੁਣ ਚੌਥੇ ਗੱਠਜੋੜ ਵਾਲੀ ਗੱਲ ਆਉਂਦੀ ਸੀਗੀ ਕਿ ਚੌਥਾ ਮੋਰਚਾ ਬਣ ਜੇ, ਪਰ ਚੌਥਾ ਮੋਰਚਾ ਜਿਹੜਾ ਹੈਗਾ ਉਹ ਬਣਨ ਤੋਂ ਪਹਿਲਾਂ ਹੀ ਤਿਰਕ ਗਿਆ। ਇਹਨੂੰ ਲੈ ਕੇ ਜਿਹੜੇ ਪੰਜਾਬ ਦੇ ਅਗਾਂਹ ਵਧੂ ਲੋਕ ਹੈ ਜਾਂ ਜਿਹੜੇ ਲੋਕ ਤਬਦੀਲੀ ਬਾਰੇ ਸੋਚਦੇ ਹੈ ਉਹ ਕਾਫੀ ਚਿੰਤਾ 'ਚ ਹੈ। ਅਗਲੀ ਗੱਲ ਚਮਕੌਰ ਦੀ ਮੈਂ ਇਹ ਗੱਲ ਕਹਿਣੀ ਚਾਹੂੰਗਾ ਕਿ ਜਿਹੜੇ ਹੁਣੇ ਲੋਕ ਕਹਿੰਦੇ ਤੇ ਇਕੱਲੇ ਤੇ ਤੁਸੀਂ ਨਜ਼ਰ ਮਾਰੋ, ਚਾਹੇ ਸੁਖਦੇਵ ਸਿੰਘ ਢੀਂਡਸਾ ਹੈ, ਚਾਹੇ ਰਣਜੀਤ ਸਿੰਘ ਬਰਮਪੁਰਾ ਹੈ, ਚਾਹੇ ਸੁਖਪਾਲ ਸਿੰਘ ਖਹਿਰਾ ਹੈ, ਧਰਮਵੀਰ ਗਾਂਧੀ ਨੂੰ ਕੱਲੇ ਨੂੰ ਆਪਾਂ ਛੱਡ ਦਈਏ ਕਿਉਂਕਿ ਉਹ ਇੱਕ ਵੱਖਰੀ ਕਿਸਮ ਦੇ ਵਿਅਕਤੀ ਹੈ। ਉਹਨਾਂ ਨੇ ਇੱਕ ਵੱਖਰੀ ਪਾਰਟੀ ਦੇ ਵਿੱਚ ਹੀ ਆਪਣੀ ਜਿਹੜੀ ਹੈ ਪਛਾਣ ਬਣਾਈ ਹੈ ਆਮ ਆਦਮੀ ਪਾਰਟੀ ਦੇ ਵਿੱਚ। ਲੇਕਿਨ ਇਹਨਾਂ ਸਾਰੇ ਲੀਡਰਾਂ ਦੇ ਉੱਤੇ ਤੁਸੀਂ ਨਿਗਾਹ ਮਾਰ ਲਓ ਕਿ ਇਹ ਲੀਡਰ ਜਿਹੜੇ ਹੈਗੇ ਇਹ ਲੀਡਰ ਵੱਖ-ਵੱਖ ਪਾਰਟੀਆਂ 'ਚੋਂ ਆਏ ਹੈ। ਜਿਹੜੀਆਂ ਪਾਰਟੀਆਂ 'ਚੋਂ ਆਏ ਉਹਨਾਂ ਪਾਰਟੀਆਂ ਦਾ ਰਾਜ ਭਾਗ ਵੀ ਰਿਹਾ। ਮਿਸਾਲ ਦੇ ਤੌਰ ਤੇ ਜਦੋਂ ਅਕਾਲੀ ਦਲ ਦੀ ਹਕੂਮਤ ਹੁੰਦੀ ਸੀ ਸਰਦਾਰ ਰਣਜੀਤ ਸਿੰਘ ਬਰਮਪੁਰਾ ਵੀ ਇੱਕ ਉਦੋਂ ਉਸ ਹਕੂਮਤ ਦੇ ਹਿੱਸੇਦਾਰ ਹੁੰਦੇ ਸੀ, ਰਤਨ ਸਿੰਘ ਔਜਲਾ ਵੀ ਹੁੰਦੇ ਸੀ, ਵਜ਼ੀਰ ਸੇਵਾ ਸਿੰਘ ਸੇਖਵਾਂ ਵੀ ਰਹੇ ਹੈ। ਸੁਖਪਾਲ ਸਿੰਘ ਖਹਿਰਾ ਦੀ ਗੱਲ ਕਰੀਏ ਆਪਾਂ ਤਾਂ ਕਾਂਗਰਸ ਪਾਰਟੀ ਦੀ ਜਦੋਂ ਹਕੂਮਤ ਕੈਪਟਨ ਅਮਰਿੰਦਰ ਸਿੰਘ ਦੀ ਪਹਿਲੀ ਹਕੂਮਤ ਸੀ ਉਦੋਂ ਵੀ ਇਹਦੇ ਸੀ। 2019 ਵੇਲੇ 19 ਤੋਂ ਪਹਿਲਾਂ 2017 ਵੇਲੇ ਆਮ ਕਾਂਗਰਸ ਪਾਰਟੀ ਤੋਂ ਵੱਖ ਹੋਏ ਹੈ। ਹੁਣ ਆਪਣੇ ਕੋਲੇ ਕੀ ਪੈਮਾਨਾ, ਆਪਾਂ ਕੀ ਕਹਿ ਸਕਦੇ ਕਿ ਜਿੰਨੀ ਦੇਰ ਤੱਕ ਤਾਂ ਕੋਈ ਬੰਦਾ ਕਾਂਗਰਸ 'ਚ ਜਾਂ ਅਕਾਲੀ ਦਲ 'ਚ ਹੈ ਉਹਨੂੰ ਆਪਾਂ ਕਹਿ ਸਕਦੇ ਉਹ ਬੇਕਾਰ ਹੈ, ਤੇ ਜਦੋਂ ਬਾਹਰ ਆ ਕੇ ਉਹ ਚੰਗੇ ਬਣ ਜਾਣਗੇ, ਜਿਹੜੀਆਂ ਅਲਾਮਤਾਂ ਉਹਨਾਂ ਦੇ ਨਾਲ ਪਛਾਣ ਤੋਂ ਜੁੜੀਆਂ ਹੋਈਆਂ ਉਹਨਾਂ ਦੀਆਂ ਪਾਰਟੀਆਂ 'ਚ, ਉਦੋਂ ਉੱਥੇ ਉਹ ਕਿਉਂ ਨਹੀਂ ਬੋਲੇ ਜਦੋਂ ਇਹ ਸਾਰਾ ਕੁਝ ਹੋ ਰਿਹਾ ਸੀ। ਹੁਣ ਢੀਂਡਸਾ ਸਾਹਿਬ ਬਾਰੇ ਆਪਾਂ ਗੱਲ ਕਰਦੇ ਹਾਂ ਕਿ ਹੁਣ ਢੀਂਡਸਾ ਸਾਹਿਬ ਕਹਿੰਦੇ ਹਾਂਜੀ ਸਾਨੂੰ ਆਹ ਨੁਕਸਾਨ ਹੋ ਰਿਹਾ, ਪਰ ਸਵਾਲ ਹੈ ਕਿ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਹੋ ਰਹੀਆਂ ਸੀ, ਅਕਾਲੀ ਸਰਕਾਰ ਜਿਹੜੀ ਹੈਗੀ ਹੈ ਬਿਲਕੁਲ ਉਹਦੇ ਬਾਰੇ ਚੁੱਪ ਸੀ। ਉਸ ਵੇਲੇ ਢੀਂਡਸਾ ਸਾਹਿਬ ਜੇ ਮੈਦਾਨ ਦੇ ਵਿੱਚ ਆਉਂਦੇ ਕਹਿੰਦੇ ਕਾਕਾ ਜੀ ਤੁਸੀਂ ਗਲਤ ਕਰ ਰਹੇ ਹੋ, ਬਾਦਲ ਸਾਹਿਬ ਆਪਾਂ ਨੂੰ ਬੰਦੇ ਨੂੰ ਫੜ ਕੇ ਅੰਦਰ ਦੇਣਾ ਚਾਹੀਦਾ ਤਾਂ ਗੱਲ ਕੁਝ ਹੋਰ ਹੋਣੀ ਸੀ। ਲੇਕਿਨ ਜਦੋਂ ਹਕੂਮਤ 'ਚੋਂ ਪਾਸੇ ਹੋ ਜਾਂਦੇ ਬਾਅਦ ਵਿੱਚ ਅਸੀਂ ਕਹਿ ਦਈਏ ਮੈਂ ਤਾਂ ਉਹਦੇ ਨਾਲ ਉਦੋਂ ਸਹਿਮਤ ਨਹੀਂ ਸੀ। ਇਹਦਾ ਮਤਲਬ ਮਗਰ ਉਹ ਜਿਹੜੀ ਅਸਹਿਮਤੀ ਪ੍ਰਗਟ ਕਰਨੀ ਹੈ ਮੌਕੇ ਤੇ ਕਿਉਂ ਨਹੀਂ ਕਰ ਰਹੇ? ਲੋਕ ਵਿਸ਼ਵਾਸ ਕਰਨ ਤਾਂ ਕਿਹਦੇ ਤੇ ਕਰਨ?
ਲੋਕ ਚਾਹੁੰਦੇ ਚੇਂਜ ਆਵੇ, ਲੋਕ ਚਾਹੁੰਦੇ ਹੈ ਕਿ ਕੋਈ ਚੰਗੀ ਚੇਂਜ ਆਵੇ, ਪਰ ਚੇਂਜ ਆਵੇ ਕਿਹਦੇ ਰਾਹੀਂ ਆਵੇ, ਕੌਣ ਲੈ ਕੇ ਆਊਗਾ, ਉਹਨਾਂ ਦਾ ਪੁਰਾਣਾ ਜਿਹੜਾ ਹੈਗਾ ਕਿਰਦਾਰ ਕੀ ਹੈ, ਤੇ ਨਵੇਂ ਰੂਪ ਦੇ ਵਿੱਚ ਅਸੀਂ ਉਹਨਾਂ ਦੇ ਕਿਰਦਾਰ ਤੋਂ ਕਿਵੇਂ ਇਹ ਆਸ ਕਰਾਂਗੇ ਕਿ ਉਹ ਕੋਈ ਨਵੀਂ ਚੀਜ਼ ਸਾਡੇ ਸਾਹਮਣੇ ਲੈ ਕੇ ਆਉਂਦੇ ਹੈ ਜੀ। ਢਿੱਲੋਂ ਸਾਹਿਬ, ਥੋੜ੍ਹੀ ਜਿਹੀ ਗੱਲ ਆਪਾਂ ਕਿਸਾਨ ਅੰਦੋਲਨ ਦੀ ਜੇ ਕਰੀਏ, ਪਿੱਛੇ ਜੇ ਕੁਝ ਕੁ ਵੀਡੀਓ ਵਾਇਰਲ ਹੋ ਰਹੀਆਂ ਸੀਗੀਆਂ, ਉਦੋਂ ਇਹ ਵੀ ਸੁਣਨ ਨੂੰ ਮਿਲਿਆ, ਦੇਖਣ ਨੂੰ ਮਿਲਿਆ ਕਿ ਪਹਿਲਾਂ ਜਦੋਂ ਅੰਦੋਲਨ ਸਟਾਰਟ ਹੋਇਆ ਤਾਂ ਉੱਥੇ ਖਾਣ ਪੀਣ ਦੇ ਜਿਹੜੇ ਭੰਡਾਰੇ ਸੀ ਬਹੁਤ ਜ਼ਿਆਦਾ ਸੀਗੇ, ਲੋੜ ਤੋਂ ਵਧੇਰੇ ਜ਼ਿਆਦਾ ਸੀ, ਪਰ ਜਿਵੇਂ ਜਿਵੇਂ ਅੰਦੋਲਨ ਲੰਬਾ ਹੁੰਦਾ ਜਾ ਰਿਹਾ ਉੱਥੇ ਖਾਣ ਪੀਣ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਥੋੜ੍ਹੀਆਂ ਘਟ ਰਹੀਆਂ ਨੇ। ਅਤੇ ਕੁਝ ਕੁ ਉਦਮੀ ਜਿਹੜੇ ਸਾਡੇ ਕਿਸਾਨ ਸੀਗੇ ਉਹਨਾਂ ਨੇ ਉੱਥੇ ਨੇੜੇ ਜ਼ਮੀਨਾਂ ਲੈ ਕੇ ਮਾਮਲੇ ਦੇ ਉੱਪਰ ਅਤੇ ਉੱਥੇ ਸਬਜ਼ੀਆਂ ਵਗੈਰਾ ਲਗਾਉਣੀਆਂ ਸਟਾਰਟ ਕਰ ਦਿੱਤੀਆਂ ਸੀ। ਹੁਣ ਇੱਕ ਖਬਰ ਆ ਰਹੀ ਹੈ ਕਿ ਹਰਿਆਣੇ ਦਾ ਕੋਈ ਕਿਸਾਨ ਆ ਜਿਹਨੇ ਸਬਜ਼ੀਆਂ ਲਗਾਉਣ ਦੇ ਲਈ 2 ਏਕੜ ਦੀ ਜਿਹੜੀ ਜ਼ਮੀਨ ਆਪਣੀ ਉਹ ਮੁਫਤ ਦੇ ਵਿੱਚ ਦਿੱਤੀ ਹੈ ਕਿਸਾਨਾਂ ਨੂੰ। ਕੀ ਹੈ ਪੂਰੀ ਖਬਰ ਹੈ? ਦੇਖੋ ਚਮਕੌਰ ਜੀ, ਇਹੀ ਹੈ ਜਿੱਥੇ ਆਪਣਾ ਟਿੱਕਰੀ ਬਾਰਡਰ ਹੈ, ਇਹ ਬਹਾਦਰਗੜ੍ਹ ਦੇ ਨਾਲ ਹੈ। ਟਿੱਕਰੀ ਬਾਰਡਰ ਜਿੱਥੇ ਆਪਣੇ ਇਧਰਲੇ ਪਾਸਿਓਂ ਜਿਹੜੇ ਸਾਡੇ ਵਾਲੇ ਪਾਸੇ ਤੋਂ ਲੋਕ ਗਏ ਆ, ਮਾਲਵੇ ਵਾਲੇ ਪਾਸਿਓਂ, ਜਿਹਨੂੰ ਅਸੀਂ ਦੱਖਣੀ ਪੰਜਾਬ ਕਹਿ ਦਿੰਦੇ ਹਾਂ, ਤੁਹਾਡਾ ਮੁਕਤਸਰ, ਫਰੀਦਕੋਟ, ਬਠਿੰਡਾ, ਹਰਿਆਣੇ ਦੇ ਲੋਕ, ਸੰਗਰੂਰ ਦੇ ਲੋਕ, ਬਰਨਾਲੇ ਦੇ ਲੋਕ, ਇਹਨਾਂ ਦਾ ਸਾਰਿਆਂ ਦਾ ਜਿਹੜਾ ਹੈਗਾ ਪ੍ਰੈਸ਼ਰ ਉਹ ਟਿੱਕਰੀ ਬਾਰਡਰ ਤੇ ਹੈ, ਕਿਉਂਕਿ ਰੁੱਤ ਵਾਲੀ ਸਾਈਡ ਤੋਂ ਆ ਕੇ ਦੂਜੇ ਪਾਸੋਂ ਜਿਹੜੇ ਹੈਗੇ ਆ, ਜਿਹੜਾ ਸਿੰਘੂ ਬਾਰਡਰ ਹੈ, ਉਹ ਬਾਕੀ ਪੰਜਾਬ ਚੋਂ ਸਾਰੇ ਹੈਗੇ। ਟਿੱਕਰੀ ਬਾਰਡਰ ਦੇ ਉੱਤੇ ਜਿਹੜੇ ਲੋਕ ਬੈਠੇ ਆ, ਉਹ ਲੋਕ ਜਿਹੜੇ ਹੈਗੇ ਆ, ਸਭ ਤੋਂ ਵੱਡਾ ਕੱਟ ਟਿੱਕਰੀ ਬਾਰਡਰ ਵਾਲਾ ਹੈ, ਔਰ ਉਹ ਵਕਤ ਕਿਉਂਕਿ ਵਿਹਲੇ ਹੈ ਜਿਹੜੇ ਸਾਡੇ ਕਿਸਾਨ ਹੈ, ਜਿਹੜੇ ਆਪਦੇ ਜਲਸੇ ਜਲੂਸਾਂ ਦੇ ਵਿੱਚ ਰਹਿੰਦੇ ਆ, ਜੋ ਉਹਨਾਂ ਨੂੰ ਪ੍ਰੋਗਰਾਮ ਦਿੱਤਾ ਜਾਂਦਾ ਉਹ ਕਰਦੇ, ਪਰ ਨਾਲ ਦੀ ਨਾਲ ਉਹ ਕੁਛ ਕਰਦੇ ਰਹਿੰਦੇ ਆ। ਪਿਛਲੇ ਦਿਨਾਂ 'ਚ ਆਪਾਂ ਖਬਰਾਂ ਪੜ੍ਹੀਆਂ ਸੀ ਕਿ ਜਿਹੜੀ ਹਾਈਵੇ ਦੇ ਦਰਮਿਆਨ ਡਿਵਾਈਡਰ ਬਣੇ ਹੋਏ, ਉਹਨਾਂ ਡਿਵਾਈਡਰਾਂ ਦੇ ਉੱਤੇ ਵੀ ਉਹਨਾਂ ਨੇ ਆਪਣੇ ਫੁੱਲ ਫਲ ਤੇ ਸਬਜ਼ੀਆਂ ਵਗੈਰਾ ਲੱਗਣੀਆਂ ਸ਼ੁਰੂ ਕਰਤੀਆਂ ਸੀ। ਹੁਣ ਇਹ ਜਿਹੜਾ ਬਾਰਡਰ ਹੈ, ਇਸ ਬਾਰਡਰ ਦੇ ਨਾਲ ਇੱਕ ਪਿੰਡ ਹੈ ਜੀ ਬਲੌਰ ਪਿੰਡ ਦੇ ਇੱਕ ਕਿਸਾਨ ਹੈ ਨਰਸਿੰਘ ਰਾਓ ਨੇ ਸ਼ੁਰੂ ਦੇ ਵਿੱਚ ਜਦੋਂ ਕਿਸਾਨ ਉੱਥੇ ਆਏ ਸੀ ਤੇ ਉਹਨਾਂ ਨੂੰ ਕਾਫੀ ਸਾਰੀਆਂ ਉਹਨੇ ਫੈਸਿਲਿਟੀਜ਼ ਪ੍ਰੋਵਾਈਡ ਕੀਤੀਆਂ ਵੀ ਆਹ ਭਾਈ ਮੇਰਾ ਵੱਡਾ ਘਰ ਹੈ, ਇੱਥੇ ਵਾਸ਼ਰੂਮ ਹੈਗੇ ਆ, ਨਹਾਓ ਧੋ, ਲੀੜੇ ਕੱਪੜੇ ਧੋ, ਤੁਸੀਂ ਸਾਰਾ ਕੁਛ ਕਰੋ, ਰੋਟੀ ਪਾਣੀ ਦੀ ਲੋੜ ਹੈ ਮੈਥੋਂ ਭਾਈ ਉਹ ਵੀ ਲੈ ਜਾਓ, ਦੁੱਧ ਬਾਅਦ ਵੀ ਉਹ ਮਤਲਬ ਜਿਹੜਾ ਸਬਜ਼ੀਆਂ ਵਗੈਰਾ ਵੀ ਉਹਨਾਂ ਨੂੰ ਪ੍ਰੋਵਾਈਡ ਕਰਦੇ ਰਹੇ। ਹੁਣ ਕਿਉਂਕਿ ਮਾਮਲਾ ਲੰਬਾ ਹੋ ਗਿਆ, ਅਜੇ ਤੱਕ ਪਤਾ ਨਹੀਂ ਨਰਿੰਦਰ ਮੋਦੀ ਸਾਹਿਬ ਦਾ ਕੀ ਨਜ਼ਰੀਆ ਇਸ ਕਿਸਾਨ ਅੰਦੋਲਨ ਪ੍ਰਤੀ, ਕਿੰਨਾ ਕੁ ਲੰਬਾ ਸਮਾਂ ਹੋਰ ਬੈਠਣਾ ਪੈਣਾ। ਤਾਂ ਹੁਣ ਉਹ ਕਿਸਾਨ ਜਿਹੜੇ ਉੱਥੇ ਬੈਠੇ, ਉਹਨਾਂ ਕਿਸਾਨਾਂ ਨੇ ਨਰਸੋਂ ਨੂੰ ਬੇਨਤੀ ਕੀਤੀ ਕਿ ਭਾਈ ਸਾਹਿਬ ਤੁਸੀਂ ਸਾਨੂੰ ਐ ਕਰੋ, ਕੁਛ ਜ਼ਮੀਨ ਦਿਓ ਠੇਕੇ ਤੇ, ਅਸੀਂ ਠੇਕੇ ਤੇ ਜ਼ਮੀਨ ਲੈ ਕੇ ਇੱਥੇ ਸਬਜ਼ੀਆਂ ਉਗਾਵਾਂਗੇ ਤਾਂ ਕਿ ਜਿਹੜਾ ਲੰਗਰ ਤਿਆਰ ਕਰਦੇ ਉਹ ਲੰਗਰ ਦੇ ਵਿੱਚ ਸਾਡੀ ਸਬਜ਼ੀ ਆਪਦੀ ਹੋਵੇ। ਹੁਣ ਆਹ ਪਤਾ ਲੱਗਦਾ ਤਰਲੋਕ ਆਪਣਾ ਚਮਕੌਰ ਜੀ ਦਾ ਆਪਣਾ ਭਾਈਚਾਰਾ ਹੁੰਦਾ ਹੈ ਕਿ ਜਦੋਂ ਕਿਸਾਨ ਨੂੰ ਕਿਸਾਨ ਦਾ ਦਰਦ ਹੁੰਦਾ ਹੈ, ਕਿਸਾਨ ਸਮਝਦਾ ਹੈ। ਨਰਸਿਓ ਨੇ ਐਡੀ ਵਧੀਆ ਫਰਾਖ ਦਿਲੀ ਦਿਖਾਈ, ਐਡੀ ਦਿਲ ਦਰਿਆਈ ਦਿਖਾਈ, ਉਹ ਕਹਿੰਦਾ ਯਾਰ ਤੁਸੀਂ ਭਰਾਓ, ਤੁਸੀਂ ਕਿਹੜਾ ਕੋਈ ਆਪ ਦੀ ਖਾਤਰ ਲੜਾਈ ਲੜਨ ਆਏ ਹੋ, ਤੁਸੀਂ ਕਿਸਾਨੀ ਦੀ ਲੜਾਈ ਲੜਦੇ ਹੋ, ਪੰਜਾਬ ਦੇ ਕਿਸਾਨਾਂ ਦੀ ਲੜਾਈ ਨਹੀਂ ਲੜਦੇ, ਦੇਸ਼ ਭਰ ਦੀ ਲੜਾਈ ਲੜਦੇ ਹੋ, ਤੇ ਨਰਸੋਂ ਵੀ ਕਿਹੜਾ ਕੋਈ ਬਗਾਨਾ, ਜੇ ਬੈਨੀਫਿਟ ਹੋਊਗਾ ਤਾਂ ਮੈਨੂੰ ਵੀ ਹੋਊਗਾ। ਇਸ ਲਈ ਭਰਾਵੋ ਤੁਸੀਂ ਕੰਮ ਕਰਨਾ, ਆਪਾਂ ਸਾਰੇ ਇੱਕੋ ਹੀ ਆਪਣਾ ਭਾਈਚਾਰਾ ਹੈ। ਆਹ ਚੱਕੋ ਮੇਰੀ 2 ਏਕੜ ਜ਼ਮੀਨ, ਮੈਂ 1 ਰੁਪਈਆ ਨਹੀਂ ਲੈਂਦਾ, ਕੋਈ ਪੈਸਾ ਨਹੀਂ ਮੈਂ ਲੈਂਦਾ, ਤੁਸੀਂ ਆਪੇ ਇੱਥੇ ਜਿਹੜੀ ਆਪਦੀ ਸਬਜ਼ੀ ਉਗਾਓ, ਜੋ ਤੁਹਾਨੂੰ ਚੰਗਾ ਲੱਗਦਾ ਤੁਸੀਂ ਉਹ ਕਰੋ। ਤਾਂ ਇਹਦੀ ਜਿਹੜੀ ਹੈਗੀ ਆ ਬੜੀ ਚਰਚਾ ਹੋ ਰਹੀ ਹੈ ਕਿ ਇਹ ਕਿਸਾਨ ਅੰਦੋਲਨ ਜੇ ਹੁਣ ਤੱਕ ਟਿਕਿਆ ਹੋਇਆ ਹੈ, ਇਸ ਕਿਸਾਨ ਅੰਦੋਲਨ ਨੂੰ ਤੋੜਨ ਦੇ ਜਿਹੜੇ ਯਤਨ ਕੀਤੇ ਜਾ ਰਹੇ ਆ, ਉਹਦੀ ਜਿਹੜੀ ਬੁਨਿਆਦ ਹੈ ਉਹ ਆਪਸੀ ਏਕਾ ਤੇ ਇੱਕ ਦੂਜੇ ਪ੍ਰਤੀ ਜਿਹੜੀ ਹਮਦਰਦੀ ਦੀ ਭਾਵਨਾ ਤੇ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਕਰਦੇ, ਕਿਉਂਕਿ ਪੰਜਾਬ ਚੋਂ ਗਏ ਉਹ ਕਿਸਾਨ ਜਿਹੜੇ ਹੈਗੇ ਆ ਸੈਂਕੜੇ ਕਿਲੋਮੀਟਰ ਦੂਰ ਜਾ ਕੇ ਆਪਣਾ ਘਰ-ਬਾਰ ਛੱਡ ਕੇ ਉੱਥੇ ਲੜਾਈ ਲੜ ਰਹੇ ਹੈ। ਉਹਨਾਂ ਦਾ ਜਿਹੜਾ ਹੈਗਾ ਪਿੱਛੇ ਉਹਨਾਂ ਦੇ ਖੇਤ ਖਲਿਆਣ, ਉਹਨਾਂ ਦੀ ਖੇਤੀ ਨੂੰ ਸੰਭਾਲੀ ਜਿੱਦਾਂ ਬੀਬੀਆਂ ਕਰਦੀਆਂ, ਜਾਂ ਜਿਹੜੇ ਘਰਾਂ ਦੇ ਵਿੱਚ ਰਹਿ ਗਏ ਉਹ ਕਰਦੇ ਹੈ, ਤੇ ਜਿੱਥੇ ਜਾ ਕੇ ਉਹ ਬੈਠੇ ਹੈ ਉੱਥੋਂ ਦੇ ਕਿਸਾਨ ਵੀ ਜਿਹੜੇ ਹੈਗੇ ਉਹਨਾਂ ਨੂੰ ਆਪਣਾ ਭਾਈਚਾਰਾ ਸਮਝ ਕੇ ਜਿੰਨੀ ਉਹਨਾਂ ਦੀ ਪਹੁੰਚ ਹੈ ਉਹਦੇ ਮੁਤਾਬਕ ਉਹ ਮਦਦ ਕਰਦੇ। ਤੁਸੀਂ ਗੱਲ ਕੀਤੀ ਸੀ ਕਿ ਸ਼ੁਰੂ ਦੇ ਵਿੱਚ ਉੱਥੇ ਰਾਸ਼ਨ ਪਾਣੀ ਦੀ ਕੋਈ ਕਮੀ ਨਹੀਂ ਸੀ, ਮੈਂ ਕਹਿੰਦਾ ਕਮੀ ਨਹੀਂ ਸੀ, ਰਾਸ਼ਨ ਪਾਣੀ ਵਾਧੂ ਸੀ। ਮੈਂ ਵੀ ਟਿੱਕਰੀ ਬਾਰਡਰ ਤੇ ਸਿੰਘੂ ਬਾਰਡਰ ਤੇ ਕਈ ਵਾਰੀ ਗੇੜਾ ਮਾਰ ਕੇ ਆਇਆ। ਦਿਨ ਚੜ੍ਹਦੇ ਨੂੰ ਸਬਜ਼ੀਆਂ ਦੀਆਂ ਜਿਹੜੀਆਂ ਹੈਗੀਆਂ ਗੱਡੀਆਂ ਭਰੀਆਂ ਆ ਜਾਂਦੀਆਂ ਸੀ, ਦਿਨ ਚੜ੍ਹਦੇ ਨੂੰ ਹੀ ਲੱਸੀ ਦੇ ਭਰੇ ਵੱਡੇ ਡਰਮ ਜਿਹੜੇ ਹੈਗੇ ਗੱਡੀਆਂ ਦੇ ਉੱਤੇ ਉਹ ਆ ਜਾਂਦੇ ਸੀ, ਵੱਡੇ ਜਿਵੇਂ ਟੈਂਕਰ ਬਣੇ ਹੁੰਦੇ, ਟੈਂਕਰ ਬਣੇ ਵੀ ਉਹਦੇ 'ਚ ਲੱਸੀ ਵੀ ਆ ਗਈ, ਦੁੱਧ ਵੀ ਆ ਗਿਆ, ਪੈਕਟਾਂ ਦਾ ਦੁੱਧ ਵੀ ਆ ਗਿਆ, ਖੁੱਲਾ ਦੁੱਧ ਵੀ ਆ ਗਿਆ, ਜੋ ਮਰਜ਼ੀ ਹੈ ਜੀ ਲਓ। ਮਤਲਬ ਆਪ ਮੁਹਾਰੇ ਮੱਲੀ ਲੋਕਾਂ ਨੂੰ ਖਾਣ ਪੀਣ ਵਾਸਤੇ ਫਲ ਵੀ ਦੇ ਦਿੱਤੇ, ਥੋੜੇ ਡਰਾਈ ਫਰੂਟ ਵਗੈਰਾ ਵੀ, ਇਹ ਸਾਰਾ ਕੁਛ ਮਿਲਦਾ ਸੀ।
ਲੇਕਿਨ ਹੁਣ ਕਿਸਾਨਾਂ ਨੂੰ ਵੀ ਇਸ ਗੱਲ ਦੀ ਥੋੜੀ ਸਮਝ ਆ ਗਈ ਹੈ ਕਿ ਅੰਦੋਲਨ ਲੰਬਾ ਹੋਣਾ ਹੈ। ਆਪਾਂ ਸਦਾ ਬਰਤ ਨਾ ਲਾਈਏ, ਆਪਾਂ ਇਸ ਢੰਗ ਨਾਲ ਚੱਲੀਏ ਸੰਕੋਚ ਦੇ ਨਾਲ ਕਿ ਆਪਣਾ ਪੈਸਾ ਵੀ ਕੋਲੇ ਬਚਾ ਕੇ ਰੱਖੀਏ, ਕਿਉਂਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਇਹਨਾਂ ਕਿਸਾਨ ਜਥੇਬੰਦੀਆਂ ਦੇ ਵਿੱਚ ਜੇ ਆਪਾਂ ਜਥੇਬੰਦਕ ਤੌਰ ਤੇ ਮਜ਼ਬੂਤ ਦੇਖੀਏ ਤਾਂ ਇੱਕੋ ਇੱਕ ਕਿਸਾਨ ਯੂਨੀਅਨ ਉਗਰਾ ਹੈ ਜਿਹਦਾ ਬਕਾਇਦਾ ਬਜਟ ਵੀ ਬਣਿਆ ਹੁੰਦਾ ਹੈ। ਜਿਹੜੇ ਜਦੋਂ ਕੋਈ ਅੰਦੋਲਨ ਛੇੜਦੇ ਆ ਪਹਿਲਾਂ ਉਹ ਪ੍ਰਬੰਧ ਕਰਦੇ ਆ ਕਿ ਸਾਨੂੰ ਇੰਨੇ ਪੈਸੇ ਦੀ ਲੋੜ ਹੈ, ਇੰਨਾ ਪੈਸਾ ਅਸੀਂ ਕਿਵੇਂ ਖਰਚ ਕਰਨਾ ਉਹ ਹੈ। ਜਥੇਬੰਦੀਆਂ ਦੂਜੀਆਂ ਵੀ ਹੈਗੀਆਂ, ਉਹਨਾਂ ਦਾ ਵੀ ਆਪੋ ਆਪਣਾ ਹੈਗਾ, ਲੇਕਿਨ ਸਭ ਤੋਂ ਜਥੇਬੰਦਕ ਢਾਂਚਾ ਵਧੀਆ ਇਹਨਾਂ ਦਾ ਹੈ। ਬਾਕੀਆਂ ਨੂੰ ਇਸ ਗੱਲ ਦਾ ਪਤਾ ਹੈ ਕਿ ਜੇ ਆਪਣੇ ਕੋਲੇ ਜੇ ਲੰਗਰ ਮਸਤਾਨਾ ਹੋਵੇ ਤਾਂ ਕੀ ਕਰਾਂਗੇ। ਇਸ ਕਰਕੇ ਵਧੀਆ ਇਹ ਹੈ ਕਿ ਆਪਾਂ ਥੋੜਾ ਸੰਕੋਚ ਨਾਲ ਚੱਲੀਏ, ਲੇਕਿਨ ਉਹ ਸੰਕੋਚ ਆਪਣੀ ਥਾਂ ਦੇ ਉੱਤੇ ਠੀਕ ਹੈ। ਪਰ ਹਰਿਆਣੇ ਦੇ ਕਿਸਾਨਾਂ ਵੱਲੋਂ ਜਿਵੇਂ ਪਹਿਲਾਂ ਸਹਿਯੋਗ ਦਿੱਤਾ ਜਾ ਰਿਹਾ ਸੀ ਉਵੇਂ ਹੁਣ ਦਿੱਤਾ ਜਾ ਰਿਹਾ ਹੈ, ਤੇ ਨਰਸਿੰਘ ਰਾਓ ਇਹਦੀ ਇੱਕ ਸਭ ਤੋਂ ਵੱਡੀ ਮਿਸਾਲ ਹੈ ਜੀ। ਢਿੱਲੋਂ ਸਾਹਿਬ, ਆਪਾਂ ਗੱਲ ਕਰ ਲਈਏ ਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਹੋਰਾਂ ਦੀ, ਤਾਂ ਉਹ ਕੋਈ ਵੀ ਅਜਿਹਾ ਮੌਕਾ ਖੁੰਝਣ ਨਹੀਂ ਦਿੰਦੇ ਜਿੱਥੇ ਉਹ ਕਦੇ ਆਪਾਂ ਇਹ ਕਹਿ ਲਈਏ ਕਿ ਵਿਰੋਧੀਆਂ ਨੂੰ ਚੋਗਾ ਪਾਉਣ ਵਾਲੀ ਗੱਲ ਕਰ ਲਈਏ, ਜਾਂ ਕਈ ਵਾਰੀ ਉਹ ਤਾਰੀਫ ਕਰ ਦਿੰਦੇ ਆ ਆਪਣੇ ਵਿਰੋਧੀਆਂ ਦੀ ਵੀ। ਪਿੱਛੇ ਜੇ ਦੇਖਿਆ ਅਸੀਂ ਸੰਸਦ ਦੇ ਵਿੱਚ ਵੀ ਜਦੋਂ ਗੁਲਾਮ ਨਬੀ ਆਜ਼ਾਦ ਹੋਣਾ ਦੀ ਮੇਰੇ ਖਿਆਲ 'ਚ ਵਿਦਾਇਗੀ ਸੀਗੀ, ਤੇ ਉਦੋਂ ਉਹਨਾਂ ਦੀ ਵੀ ਕਾਫੀ ਉਹਨਾਂ ਨੇ ਤਾਰੀਫ ਕੀਤੀ ਸੀਗੀ, ਭਾਵੁਕ ਹੋ ਗਏ ਸੀਗੇ ਗੁਲਾਮ ਨਬੀ ਆਜ਼ਾਦ ਹੋਣੀ ਵੀ। ਤੇ ਹੁਣ ਇੱਕ ਮਹਾਰਾਸ਼ਟਰ ਤੋਂ ਪੰਜਾਬੀ ਮੂਲ ਦੀ ਆ ਨਵਨੀਤ ਰਾਣਾ, MP ਆ ਉੱਥੇ, ਤੇ ਉਹਦੀ ਵੀ ਉਹਨਾਂ ਨੇ ਤਾਰੀਫ ਕੀਤੀ ਆ, ਤੇ ਉਹਨੂੰ ਕਿਹਾ ਕਿ ਜਦੋਂ ਮੋਦੀ ਦੀ ਲਹਿਰ ਚੱਲਦੀ ਸੀ ਤਾਂ ਉੱਥੋਂ ਤੂੰ ਕਿਵੇਂ ਜਿੱਤ ਗਈ। ਇੱਕ ਤਾਂ ਮਾੜਾ ਜਿਹਾ ਨਵਨੀਤ ਰਾਣਾ ਬਾਰੇ ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਕੌਣ ਨੇ ਉਹ, ਕਿੱਥੋਂ ਨੇ, ਤੇ ਕਿੱਥੋਂ ਉਹ MP ਬਣੇ ਹੋਏ ਨੇ, ਤੇ ਇਹ ਮੁਲਾਕਾਤ ਉਹਨਾਂ ਦੀ ਕਿੱਥੇ ਹੋਈ ਸੀ ਪ੍ਰਧਾਨ ਮੰਤਰੀ ਦੇ ਨਾਲ। ਦੇਖੋ, ਜਿਹੜੀ ਨਵਨੀਤ ਰਾਣਾ ਜੀ ਇਹ ਪੰਜਾਬਣ ਕੁੜੀ ਦੀ ਹੈ, ਮਾਂ ਬਾਪ ਇਹਦੇ ਪੰਜਾਬੀ ਮੂਲ ਦੇ ਹੈ, ਔਰ ਇਹ ਕੁੜੀ ਬਾਹਰ ਹੀ ਪੰਜਾਬ ਤੋਂ ਪੜ੍ਹਦੀ ਵਗੈਰਾ ਰਹੀ ਹੈ। ਕੁੜੀ ਬਹੁਤ ਟੈਲੈਂਟਡ ਹੈ, ਔਰ ਇਹਨੇ ਸ਼ੁਰੂ ਦੇ ਵਿੱਚ ਆਪਣਾ ਜਿਹੜਾ ਹੈਗਾ ਆਪਣਾ ਕੌਸ਼ਲ ਹੈ ਜਾਂ ਜਿਹੜੀ ਇਹਦੀ ਯੋਗਤਾ, ਇਹਨੇ ਮਾਡਲਿੰਗ ਦੇ ਵਿੱਚ ਮਤਲਬ ਇਹਨੇ ਆਪਣਾ ਮਾਡਲਿੰਗ ਨੂੰ ਅਪਣਾਇਆ ਸੀ। ਮਾਡਲਿੰਗ ਦੇ ਰੂਪ ਦੇ ਵਿੱਚ ਇਹ ਮਾਡਲਿੰਗ ਕਰਕੇ ਆਪਣੇ 4 ਪੈਸੇ ਕਮਾਉਣ ਵਾਲੇ ਪਾਸੇ ਨੂੰ ਪਈ ਸੀ। ਟੈਲੈਂਟ ਇਹਦੇ ਵਿੱਚ ਸੀ, ਤੇ ਬਾਅਦ ਦੇ ਵਿੱਚ ਇਹਦਾ ਫਿਰ ਥੋੜਾ ਜਿਹਾ ਝੁਕਾਅ ਫਿਲਮਾਂ ਵੱਲ ਹੋ ਗਿਆ। ਕੁਝ ਵੱਡੀਆਂ ਹਸਤੀਆਂ ਦੀ ਨਜ਼ਰ ਪਈ ਕਿ ਇਸ ਕੁੜੀ ਦੇ ਕੋਲੇ ਕਲਾ ਹੈਗੀ, ਅਦਾ ਹੈਗੀ, ਤੇ ਇਹਦੀ ਅਦਾ ਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ। ਹੁਣ ਤੱਕ ਅੱਧੀ ਦਰਜਨ ਦੇ ਕਰੀਬ ਇਹ ਫਿਲਮਾਂ ਦੇ ਵਿੱਚ ਕੰਮ ਕਰ ਚੁੱਕੀ ਹੈ, ਔਰ ਉਹਨਾਂ ਫਿਲਮਾਂ ਦੇ ਵਿੱਚ ਇਹਨੇ ਚੰਗਾ ਨਾਂ ਕਮਾਇਆ। ਮੈਰਿਜ ਇਸ ਕੁੜੀ ਦੀ ਹੋਈ ਵੀ ਹੈ, ਜਿਹੜੇ ਇਹਦੇ ਹਸਬੈਂਡ ਹੈ ਉਹਨਾਂ ਦਾ ਨਾਂ ਜਿਹੜਾ ਹੈਗਾ ਜੀ ਰਵੀ ਰਾਣਾ ਹੈ, ਔਰ ਉਹਨਾਂ ਨੇ ਇੱਕ ਆਪਣੀ ਪਾਰਟੀ ਬਣਾਈ ਹੋਈ ਹੈ ਸਵਾਭਿਮਾਨ ਪਕਸ਼ਾ ਪਾਰਟੀ। ਇਹ ਮੇਰਾ ਖਿਆਲ ਮਹਾਰਾਸ਼ਟਰ ਦਾ ਹੀ ਕੋਈ ਇਸ ਕਿਸਮ ਦਾ ਨਾਂ ਹੈ। ਆਪਾਂ ਨੂੰ ਕਿਉਂਕਿ ਇਹ ਹਿੰਦੀ ਨਾਲ ਦਾ ਮੇਲ ਖਾਦਾ ਤੇ ਨਾ ਇਹ ਪੰਜਾਬੀ ਨਾਲ, ਇਹ ਉੱਥੋਂ ਦੀ ਪਾਰਟੀ ਹੈ। ਉਸ ਮੁੰਡੇ ਨਾਲ ਇਹਦੀ ਮੈਰਿਜ ਹੋਈ ਵੀ ਹੈ। ਇਹਨੇ ਪਹਿਲੀ ਵਾਰੀ ਕੋਸ਼ਿਸ਼ ਕੀਤੀ ਸੀਗੀ ਇਲੈਕਸ਼ਨ ਲੜਨ ਦੀ, ਉਹ ਲੜੀ ਸੀ ਇਹਨੇ 2014 'ਚ। 2014 ਜਿਹੜੀ ਇਹਨੇ ਇਲੈਕਸ਼ਨ ਲੜੀ ਸੀ, ਉਹ ਇਲੈਕਸ਼ਨ ਜਿਹੜੀ ਇਹ ਹਾਰ ਗਈ ਸੀ। ਸ਼ਿਵ ਸੈਨਾ ਦੇ ਇੱਕ ਵੱਡੇ ਲੀਡਰ ਨੇ ਇਹਨੂੰ ਹਰਾਇਆ ਸੀਗਾ ਅਮਰਾਵਤੀ ਕੰਸਟੀਚੂਐਂਸੀ ਤੋਂ। ਜਦੋਂ ਅਸੀਂ ਅਮਰਾਵਤੀ ਦਾ ਜ਼ਿਕਰ ਕਰ ਰਹੇ ਹਾਂ, ਤੇ ਅੱਜ ਤੱਕ ਤੁਸੀਂ ਦੇਖਿਆ ਹੋਣਾ ਪੰਜਾਬ ਦੇ ਵਿੱਚ ਥਾਂ ਥਾਂ ਤੇ ਜਿਹੜੇ ਹੈਗੇ ਹੈ ਸਪੋਰਟਸ ਸਕੂਲ ਖੁੱਲ੍ਹੇ ਹੋਏ ਹੈ, ਜਿਹੜੇ ਹੈਗੇ ਟ੍ਰੇਨਿੰਗ ਸੈਂਟਰ ਵੀ ਖੁੱਲ੍ਹੇ ਹੋਏ ਹੈ। DPEd ਜਿਹੜੀ ਹੈਗੀ ਹੈ PTI DPI ਦੇ ਲੋਕ ਇੱਥੋਂ ਡਿਪਲੋਮਾ ਕਰ ਲੈਂਦੇ ਹੈ। ਲੇਕਿਨ ਪਹਿਲਾਂ ਜਿਹੜਾ ਹੈਗਾ ਡਿਪਲੋਮਾ ਹੁੰਦਾ ਸੀ ਅਮਰਾਵਤੀ। ਬਹੁਤ ਸਾਰੇ ਸਾਡੀ ਏਜ ਗਰੁੱਪ ਦੇ ਬੰਦੇ ਹੈ, ਉਹ ਅਮਰਾਵਤੀ ਤੋਂ ਟ੍ਰੇਨਿੰਗ ਕਰਕੇ ਆ ਕੇ ਤੇ ਇੱਥੇ ਟੀਚਰ ਵਗੈਰਾ ਲੱਗ ਕੇ ਉਹ ਆਪਣੀਆਂ ਨੌਕਰੀਆਂ ਪੂਰੀਆਂ ਵੀ ਕਰ ਚੁੱਕੇ, ਰਿਟਾਇਰਡ ਲਾਈਫ ਜਿਉ ਰਹੀ ਹੈ। ਇਹ ਉਸ ਕੰਸਟੀਚੂਐਂਸੀ ਦੇ ਵਿੱਚ ਫਿਰ 2019 ਦੇ ਵਿੱਚ ਦੁਬਾਰਾ ਇਹਨੇ ਚੋਣ ਲੜੀ, ਔਰ ਉੱਥੋਂ ਇਹ ਕੁੜੀ ਜਿੱਤ ਕੇ ਆ ਗਈ, ਪਾਰਲੀਮੈਂਟ ਦੀ ਮੈਂਬਰ ਬਣੀ। ਇੰਡੀਪੈਂਡੈਂਟ ਹੈ, ਪਾਰਲੀਮੈਂਟ ਤੇ ਆਉਂਦੀ ਜਾਂਦੀ ਹੈ। ਉਤਸੁਕਤਾ ਹਰ ਬੰਦੇ ਨੂੰ ਹੁੰਦੀ ਹੈ ਕਿ ਕਦੇ ਮੇਰੀ ਵੀ ਮੁਲਾਕਾਤ ਹੋ ਜਾਏ ਪ੍ਰਧਾਨ ਮੰਤਰੀ ਨਾਲ। ਪਿਛਲੇ ਸਮੇਂ ਦੇ ਵਿੱਚ ਇਹਦੀ ਜੀ ਪ੍ਰਧਾਨ ਮੰਤਰੀ ਸਾਹਿਬ ਨਾਲ ਮੁਲਾਕਾਤ ਹੋ ਗਈ। ਇੰਡੀਅਨ ਐਕਸਪ੍ਰੈਸ ਦੀ ਜਿਹੜੀ ਹੈ ਖਬਰ ਇਹ ਦੱਸਦੀ ਹੈ, ਜੋ ਪ੍ਰਧਾਨ ਮੰਤਰੀ ਸਾਹਿਬ ਨਾਲ ਗੱਲਬਾਤ ਹੋਈ ਤਾਂ ਪ੍ਰਧਾਨ ਮੰਤਰੀ ਸਾਹਿਬ ਨੇ ਪਹਿਲਾ ਸਵਾਲ ਇਹਨੂੰ ਕੀਤਾ ਕਿ ਕੁੜੀਏ ਮੇਰੀ ਐਡੀ ਵੱਡੀ ਲਹਿਰ, ਇਸ ਲਹਿਰ ਦੇ ਸਾਹਮਣੇ ਤਾਂ ਵੱਡੇ ਜਿਹੜੇ ਸੀਗੇ ਧਰੁਵ ਉਹ ਡਿੱਗ ਪਈ, ਤੇ ਤੂੰ ਇੰਡੀਪੈਂਡੈਂਟ ਕਿਵੇਂ ਜਿੱਤ। ਉਹ ਜਵਾਬ ਦਿੱਤਾ, ਪ੍ਰਾਈਮ ਮਿਨਿਸਟਰ ਸਾਹਿਬ ਤੁਸੀਂ ਇਕੱਲੇ ਭਾਰਤ ਦੇ ਵਿੱਚ ਨਹੀਂ, ਤੁਸੀਂ ਦੁਨੀਆ 'ਚ ਵਿਚਰਦੇ ਹੋ, ਤੁਸੀਂ ਹਰ ਥਾਂ ਤੇ ਜਾ ਕੇ ਆਪਣੇ ਨਿੱਜੀ ਰਿਲੇਸ਼ਨ ਬਣਾਉਂਦੇ ਹੋ। ਜਿਵੇਂ ਤੁਹਾਡੇ ਲੋਕਾਂ ਨਾਲ ਰਿਲੇਸ਼ਨ ਬਣਦੇ ਹੈ, ਠੀਕ ਉਸੇ ਤਰ੍ਹਾਂ ਮੇਰੇ ਵੀ ਰਿਲੇਸ਼ਨ ਜਿਹੜੇ ਹੈਗੇ ਆ ਮੇਰੀ ਕੰਸਟੀਚੂਐਂਸੀ ਦੇ ਲੋਕਾਂ ਦੇ ਨਾਲ ਆ। ਮੈਂ ਲੋਕਾਂ ਦੇ ਦੁੱਖ ਸੁੱਖ ਦੀ ਸੀਰੀ ਆ। ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹਨਾਂ ਦੇ ਨਾਲ ਰਹਿੰਦੀ ਹਾਂ, ਉਹਨਾਂ ਦੇ ਵਿੱਚ ਵਿਚਰਦੀ ਹੈ। ਇੱਕ ਵਾਰੀ ਮੈਂ ਲੂਜ਼ ਕਰ ਗਈ ਸੀ, ਵੱਖਰੀ ਗੱਲ ਹੈ, ਤੇ ਮੇਰੇ ਲੋਕਾਂ ਨੇ ਜਿਹੜਾ ਮੈਨੂੰ ਸਤਿਕਾਰ ਦਿੱਤਾ, ਪਿਆਰ ਦਿੱਤਾ ਹੈ, ਉਹਦੀ ਬਦੌਲਤ ਮੈਂ ਤੁਹਾਡੇ ਸਾਹਮਣੇ ਮੈਂਬਰ ਪਾਰਲੀਮੈਂਟ ਆ, ਔਰ ਆਈ ਵੀ ਇੰਡੀਪੈਂਡੈਂਟ ਜਿੱਤ ਕੇ। ਇਹ ਅਸਲ ਦੇ ਵਿੱਚ ਇਹਦੇ ਵਿੱਚ ਸਬਕ ਬਹੁਤ ਵਧੀਆ ਨਿਕਲਦਾ ਹੈ ਕਿ ਉਹ ਲੀਡਰ, ਉਹ ਆਗੂ
ਜਿਹੜੇ ਲੋਕਾਂ 'ਚ ਵਿਚਰਦੇ ਹੁਣ ਲੋਕ ਉਹਨਾਂ ਨੂੰ ਮਾਨ ਸਨਮਾਨ ਦਿੰਦੇ ਹੈ, ਜਿਹੜੇ ਲੋਕਾਂ ਦੇ ਵਿੱਚ ਵਿਚਰ ਕੇ ਲੋਕਾਂ ਦੇ ਦੁੱਖ ਸੁੱਖ ਦੇ ਸੀਰੀ ਹੋਣ ਉਹਨਾਂ ਦੀ ਮਤਲਬ ਜਿਹੜੀ ਹੈਗੀ ਹੈ ਲੋਕ ਵੀ ਕਦਰ ਕਰਦੇ ਹੈ ਜੀ। ਬਹੁਤ ਧੰਨਵਾਦ ਢਿੱਲੋਂ ਸਾਹਿਬ ਤੁਹਾਡਾ। ਤੇ ਦਰਸ਼ਕੋ ਇੱਥੇ ਮੈਨੂੰ ਦੇਵੋ ਇਜਾਜ਼ਤ। ਕੱਲ੍ਹ ਨੂੰ ਦਲਵੀਰ ਸਿੰਘ ਜੀ ਨਿੱਜਰ ਹੋਣੀ ਬਖਤੌਰ ਢਿੱਲੋਂ ਜੀ ਦੇ ਨਾਲ ਤੁਹਾਡੇ ਸਨਮੁਖ ਹੋਣਗੇ। ਤਦ ਤੱਕ ਲਈ ਇੱਥੇ ਇਜਾਜ਼ਤ ਦਿਓ। ਧੰਨਵਾਦ।